ਮੈਨੂੰ ਸਭ ਤੋਂ ਵੱਡਾ ਦੁੱਖ ਭੈਣ ਮੇਰੀ ਇਹ ਹੈ ਕਿ ਇੰਨਾ ਸਮਾਂ ਹੋ ਗਿਆ ਸਾਨੂੰ ਕਾਲੇ ਕਾਨੂੰਨ ਪਾਸ ਹੋਇਆ। ਠੀਕ ਹੈ, ਸਰਕਾਰ ਨੇ ਮੈਂ ਕਹਿੰਦਾ 200% ਸਾਡੇ ਨਾਲ ਧੱਕਾ ਕੀਤਾ। ਕਾਨੂੰਨ ਗਲਤ ਨੇ, ਕਿਸਾਨਾਂ ਦੇ ਖਿਲਾਫ ਨੇ। ਪੰਜਾਬ ਦੇ ਕਿਸਾਨਾਂ ਦੀ ਮੈਂ ਗੱਲ ਕਰਾਂ ਤਾਂ 2000% ਸਾਡੇ ਖਿਲਾਫ ਨੇ। ਪਰ ਕਿਸੇ ਕਿਸਾਨ ਨੇ, ਕਿਸਾਨ ਜਥੇਬੰਦੀ ਨੇ, ਕਿਸਾਨ ਦੇ ਲੀਡਰ ਨੇ, ਸਾਡੇ ਪੰਜਾਬੀਆਂ ਨੇ, ਕਿਸੇ ਵਿਦੇਸ਼ੀ ਨੇ, ਕਿਸੇ ਦੇਸੀ ਨੇ ਸਾਡੇ ਨਾਲ ਕਦੇ ਇਹ ਗੱਲ ਕੀਤੀ ਹੈ ਵੀ ਜੇ ਕਾਨੂੰਨ ਪਾਸ ਹੋ ਹੀ ਗਏ, ਸਰਕਾਰ ਨੇ ਧੱਕਾ ਕਰਕੇ ਕਰਤੇ ਤਾਂ ਲਾਗੂ ਵੀ ਕਰੂ, ਜੇ ਪਾਸ ਕਰਤੇ ਤਾਂ ਲਾਗੂ ਵੀ ਹੋ ਜਾਣਗੇ। ਜੇ ਲਾਗੂ ਹੋ ਗਏ ਤਾਂ ਸਾਡਾ ਕੀ ਹਾਲ ਹੈ? ਇਸ ਚੀਜ਼ ਤੋਂ ਬਚਣ ਵਾਸਤੇ ਕੀ ਕਰਨਾ? ਕਦੇ ਕਿਸੇ ਨੇ ਕੁਝ ਨਹੀਂ ਕੀਤਾ। ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ, ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ। ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਵਿੱਚ ਭਿੱਜਦੇ ਨਹੀਂ ਹੁੰਦੇ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਸ਼ਾਮਦੀਦ, ਪਿਆਰ ਤੇ ਸਤਿਕਾਰ ਦੋਸਤੋ। ਮੈਂ ਤੁਹਾਡੀ ਹੋਸਟ ਤੇ ਦੋਸਤ ਅੰਜੂ ਅਮਨਦੀਪ ਗਰੋਵਰ ਤੁਹਾਡੇ ਸਾਰਿਆਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਸ਼ਖਸੀਅਤ ਵਿੱਚ ਵਰਲਡ ਪੰਜਾਬੀ ਟਾਈਮਸ ਕੈਨੇਡਾ, ਪੰਜਾਬੀ ਸੱਥ ਮੈਲਬੌਰਨ ਤੇ ਸੂਰਜਾਂ ਦੇ ਵਾਰਿਸ ਇੰਡੀਆ ਵੱਲੋਂ ਜੀ ਆਇਆਂ ਆਖਦੀ ਹਾਂ। ਸਾਡੀ ਅੱਜ ਦੀ ਮਹਿਫਿਲ ਦੀ ਸ਼ਾਨ, ਸਾਡੇ ਅੱਜ ਦੇ ਮਹਿਮਾਨ ਉਹ ਬਹੁਪੱਖੀ ਸ਼ਖਸੀਅਤ ਨੇ ਜੋ ਹਰ ਖੇਤਰ ਵਿੱਚ ਪਰਪੱਖ ਨੇ। ਪੰਜਾਬੀ ਫਿਲਮ ਜਗਤ ਦੇ ਬਿਹਤਰੀਨ ਕਲਾਕਾਰ, ਇੱਕ ਵਧੀਆ ਗੀਤਕਾਰ, ਗਾਇਕ, ਹਾਕੀ ਦੇ ਵਧੀਆ ਖਿਡਾਰੀ, ਭੰਗੜਾ ਆਰਟਿਸਟ, ਉਹ ਵਿਅਕਤੀ ਜੋ ਕੱਦ ਤੋਂ ਹੀ ਉੱਚੇ ਨਹੀਂ ਬਲਕਿ ਆਪਣੀ ਰੁਤਬੇ ਵਿੱਚ ਵੀ ਉੱਚੇ ਨੇ, ਜਿਨ੍ਹਾਂ ਨੂੰ ਪੰਜਾਬੀ ਪਹਿਚਾਨ ਤੇ ਪੰਜਾਬੀਅਤ ਤੇ ਮਾਣ ਹੈ, ਜੋ ਆਪਣੀ ਜੜ੍ਹਾਂ ਆਪਣੇ ਵਿਰਸੇ ਨਾਲ ਜੁੜੇ ਹੋਏ ਨੇ ਤੇ ਅੱਜ ਕੱਲ੍ਹ ਚੱਲ ਰਹੀ ਕਿਸਾਨ ਲਹਿਰ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਵੀ ਬਣੇ ਨੇ। ਮੇਰੀ ਮੁਰਾਦ ਸਾਡੇ ਸਭ ਦੇ ਪਿਆਰੇ ਹਰਮਨ ਪਿਆਰੇ ਐਕਟਰ ਹੌਬੀ ਧਾਲੀਵਾਲ ਜੀ ਤੋਂ ਹੈ। ਸਤਿ ਸ਼੍ਰੀ ਅਕਾਲ ਸਰ। ਹੌਬੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਮਿਹਰਬਾਨੀ। ਹੌਬੀ ਜੀ, ਮੈਂ ਤੁਹਾਡਾ ਪੰਜਾਬੀ ਸੱਥ ਮੈਲਬੌਰਨ, ਵਰਲਡ ਪੰਜਾਬੀ ਟਾਈਮਸ ਕੈਨੇਡਾ ਤੇ ਸੂਰਜਾਂ ਦੇ ਵਾਰਿਸ ਇੰਡੀਆ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਜੀ ਆਇਆਂ ਨੂੰ ਆਖਦੀ ਹਾਂ ਤੇ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਕਰਦੀ ਹਾਂ। ਮਿਹਰਬਾਨੀ, ਮਿਹਰਬਾਨੀ। ਹੌਬੀ ਜੀ, ਤੁਹਾਡੇ ਨਾਲ ਬਹੁਤ ਗੱਲਾਂ ਕਰਾਂਗੇ, ਖੁੱਲੀਆਂ ਗੱਲਾਂ ਕਰਾਂਗੇ, ਰੂਬਰੂ ਹੋਵਾਂਗੇ, ਪਰ ਉਸ ਤੋਂ ਪਹਿਲਾਂ ਕਿਉਂ ਨਾ ਤੁਹਾਡੇ ਜ਼ਿੰਦਗੀ ਦਾ ਸਫ਼ਰ ਕੁਝ ਤਸਵੀਰਾਂ ਰਾਹੀਂ ਵੇਖੀਏ। ਸ਼ੋਰ। ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਭਾਈ? ਸ਼ਹਿਰ ਦੀ ਹਵਾ ਦਾ ਫਿਕਰ ਪਤੰਗਾਂ ਨੂੰ ਹੁੰਦਾ, ਬਾਜਾਂ ਨੂੰ ਥੋੜਾ ਹੁੰਦਾ। ਹੌਬੀ ਧਾਲੀਵਾਲ ਪੰਜਾਬੀ ਫਿਲਮ ਜਗਤ ਦਾ ਚਮਕਦਾ ਸਿਤਾਰਾ। ਹੌਬੀ ਧਾਲੀਵਾਲ ਪੰਜਾਬੀ ਫਿਲਮ ਜਗਤ ਵਿੱਚ ਤੇਜ਼ੀ ਨਾਲ ਉੱਭਰਦੇ ਨਾਵਾਂ ਦੀ ਸੂਚੀ ਵਿੱਚ ਸ਼ੁਮਾਰ ਹੋਇਆ। ਬਹੁਤੇ ਹੋਰ ਕਲਾਕਾਰਾਂ ਵਾਂਗ ਹੌਬੀ ਵੀ ਗਾਇਕੀ ਦੇ ਖੇਤਰ 'ਚੋਂ ਅਦਾਕਾਰੀ 'ਚ ਦਾਖਲ ਹੋਇਆ। ਫਿਲਮਾਂ 'ਚ ਅਦਾਕਾਰੀ ਦੇ ਜਲਵੇ ਦਿਖਾ ਰਿਹਾ ਹੌਬੀ ਧਾਲੀਵਾਲ ਗਾਇਕੀ ਤੋਂ ਪਹਿਲਾਂ ਪ੍ਰਸਿੱਧ ਭੰਗੜਚੀ ਦੇ ਰੂਪ ਵਿੱਚ ਜਾਣਿਆ ਜਾਣ ਲੱਗਾ। ਸੰਗਰੂਰ ਜ਼ਿਲ੍ਹੇ ਦੇ ਪਿੰਡ ਚਪੜੌਂਦਾ ਦਾ ਜੰਮਪਲ ਕਮਲਦੀਪ ਸਿੰਘ ਧਾਲੀਵਾਲ ਮਹਿੰਦਰਾ ਕਾਲਜ ਪਟਿਆਲਾ 'ਚ ਪੜ੍ਹਦੇ ਹਾਂ। ਖੇਡਾਂ, ਗੀਤ ਸੰਗੀਤ ਅਤੇ ਭੰਗੜੇ 'ਚ ਮੋਹਰੀ ਹੁੰਦਾ ਸੀ। ਪ੍ਰਸਿੱਧ ਲੋਕ ਗਾਇਕ ਪੰਮੀ ਬਾਈ ਨਾਲ ਸਟੇਜਾਂ ਦੀ ਗੁੜਤੀ ਲੈਂਦਿਆਂ ਭੰਗੜਾ ਕਲਾਕਾਰ ਹੌਬੀ ਧਾਲੀਵਾਲ ਗਾਇਕੀ 'ਚ ਸਥਾਪਿਤ ਹੁੰਦਾ ਫਿਲਮ ਜਗਤ ਵਿੱਚ ਪ੍ਰਵੇਸ਼ ਕਰ ਗਿਆ। ਗਾਇਕੀ 'ਚ ਉਸਦੇ ਗਾਏ ਗੀਤਾਂ ਤੇ ਐਲਬਮਾਂ, ਜਿਨ੍ਹਾਂ ਵਿੱਚ ਮਾਰ ਜਗੀਰੋ ਗੇੜਾ, ਮਿੱਤਰਾਂ ਨੇ ਛਿੜਕ ਦਿੱਤਾ, ਜੱਟ ਵਰਗਾ ਨੇ ਖੂਬ ਪ੍ਰਸਿੱਧੀ ਹਾਸਲ ਕੀਤੀ। ਕੈਨੇਡਾ ਦੀ ਰਿਹਾਇਸ਼ ਘਰ ਛੱਡ ਜਦੋਂ ਉਹ ਅੱਗ ਦੇ ਗਲੀਰੇ ਬਣਾਉਂਦਾ ਇਸੇ ਵਿੱਚ MLA ਦਿਆਲਾ ਸਿੰਘ ਰਾਖਾ ਬਣਿਆ ਤਾਂ ਦਰਸ਼ਕਾਂ ਦੀਆਂ ਨਜ਼ਰਾਂ 'ਚ ਹੌਬੀ ਧਾਲੀਵਾਲ ਤੋਂ ਜ਼ਿਆਦਾ MLA ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਪੰਜਾਬੀ ਦੇ ਵੱਡੇ ਪਰਦੇ ਤੇ
2012 ਦੀ ਫਿਲਮ ਬੁर्रा ਨਾਲ ਦਾਖਲ ਹੋਇਆ। ਪੰਜਾਬੀ ਫਿਲਮ ਅੰਗਰੇਜ਼ ਵਿਚਲੇ ਕਿਰਦਾਰ ਧਨ ਕੌਰ ਦੇ ਬਾਪ ਗੱਜਣ ਸਿੰਘ ਦੇ ਰੂਪ ਵਿੱਚ ਦਰਸ਼ਕਾਂ ਦੇ ਚੇਤਿਆਂ ਵਿੱਚ ਵਸ ਗਿਆ। ਹੁਣ ਤੱਕ ਹੌਬੀ 1.5 ਦਰਜਨ ਦੇ ਕਰੀਬ ਪੰਜਾਬੀ ਫਿਲਮਾਂ, ਜਿਨ੍ਹਾਂ ਵਿੱਚ ਸ਼ਰੀਕ, ਬੰਬੂ ਕਾਟ, ਮੰਜੇ ਬਿਸਤਰੇ, ਚੋਰਾ 10 ਨੰਬਰੀਆ, ਇੱਕ ਸੰਧੂ ਹੁੰਦਾ ਸੀ, ਅੱਛ ਕੇ, ਬਾਈਲਾਰਸ ਆਦਿ ਵਿੱਚ ਆਪਣੀ ਅਦਾਕਾਰੀ ਦਿਖਾ ਚੁੱਕਾ ਹੈ। ਸ਼ਾਲਾ ਸਮਾਜਿਕ ਜ਼ਿੰਦਗੀ ਵਿੱਚ ਜ਼ਮੀਨ ਤੇ ਜਿਉਣ ਵਾਲਾ ਇਹ ਪੰਜਾਬ ਦਾ ਪੁੱਤ ਇਸੇ ਤਰ੍ਹਾਂ ਕੈਰੀਅਰ ਦੀਆਂ ਬੁਲੰਦੀਆਂ ਛੂੰਹਦਾ ਰਹੇ। ਵਾਹ ਜੀ ਵਾਹ, ਬਾ ਕਮਾਲ। ਤੁਹਾਡੇ ਜ਼ਿੰਦਗੀ ਦਾ ਸਫ਼ਰ ਤਸਵੀਰਾਂ ਰਾਹੀਂ ਐ ਲੱਗਾ ਜਿਵੇਂ ਅਸੀਂ ਨਾਲ ਉਹਦੇ ਸਫ਼ਰ ਕਰ ਰਹੇ ਹਾਂ। ਬਹੁਤ ਵਧੀਆ। ਹੌਬੀ ਧਾਲੀਵਾਲ ਜੀ, ਤੁਸੀਂ ਫਿਲਮ ਜਗਤ ਦਾ ਮਸ਼ਹੂਰ ਨਾਮ ਹੋ, ਸਭ ਦੇ ਹਰਮਨ ਪਿਆਰੇ ਕਲਾਕਾਰ ਹੋ। ਕਮਲਦੀਪ ਸਿੰਘ ਧਾਲੀਵਾਲ ਤੋਂ ਗਾਇਕ ਹੌਬੀ ਧਾਲੀਵਾਲ, MLA ਦਿਆਲ ਸਿੰਘ, ਗੱਜਣ ਸਿੰਘ ਤੇ ਸ਼ਮਸ਼ੇਰ ਸਿੰਘ ਮਾਨ ਬਣਨ ਦਾ ਸਫ਼ਰ ਕਾਫੀ ਲੰਬਾ ਰਿਹਾ, ਬਟ ਬਹੁਤ ਕਾਮਯਾਬ ਰਿਹਾ। ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਬਹੁਤ ਪੱਕੀ ਹਸਤੀ ਹੋ। ਤੁਸੀਂ ਬਹੁਤ ਵਧੀਆ ਹਾਕੀ ਦੇ ਖਿਡਾਰੀ ਰਹੇ। ਤੁਸੀਂ ਪੰਮੀ ਬਾਈ ਜੀ ਦੇ ਭੰਗੜੇ ਦੇ ਸਾਥੀ ਰਹੇ, ਦੇਸ਼ ਵਿਦੇਸ਼ ਵਿੱਚ ਉਹਨਾਂ ਨਾਲ ਸਟੇਜ ਵੀ ਸ਼ੇਅਰ ਕੀਤਾ। ਤੇ ਹੁਣ ਆਪਾਂ ਜੇ ਗੱਲ ਸ਼ੁਰੂ ਕਰੀਏ ਤਾਂ ਤੁਹਾਡੀ ਗਾਇਕੀ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਤੁਹਾਡਾ ਜਿਹੜਾ ਕੈਰੀਅਰ ਹੈ ਉਹ ਇੱਕ ਗਾਇਕੀ ਤੋਂ ਸ਼ੁਰੂ ਹੋਇਆ ਸੀ। ਗਾਇਕ ਹੌਬੀ ਧਾਲੀਵਾਲ ਜੀ, ਜੇ ਅਸੀਂ ਜਾਣਦੇ ਹਾਂ ਤਾਂ ਤੁਸੀਂ ਸਿਰਫ ਗੀਤ ਗਾਏ ਨਹੀਂ ਬਲਕਿ ਬਹੁਤ ਵਧੀਆ ਗੀਤ ਲਿਖੇ ਵੀ ਨੇ। ਤੇ ਉਹਨਾਂ ਦਿਨਾਂ 'ਚ ਤੁਹਾਡਾ ਜਿਹੜਾ ਸਾਥ ਸੀ, ਤੁਹਾਡਾ ਚੌਗਿਰਦਾ ਸੀ, ਉਹ ਵੀ ਜ਼ਿਆਦਾ ਗਾਇਕਾਂ ਨਾਲ, ਗੀਤਕਾਰਾਂ ਨਾਲ ਹੀ ਸੀ। ਬਾ ਕਮਾਲ ਗੀਤ ਤੁਸੀਂ ਲਿਖਦੇ ਤੇ ਗਾਉਂਦੇ ਸੀ। ਪਰ ਫਿਰ 2004 ਤੋਂ ਬਾਅਦ ਤੁਸੀਂ ਗੀਤਾਂ ਤੋਂ, ਗਾਇਕੀ ਤੋਂ ਹੀ ਨਹੀਂ ਬਲਕਿ ਆਪਣੇ ਪੰਜਾਬ ਤੋਂ ਵੀ ਬੇਮੁਖ ਹੋ ਗਏ। ਅਜਿਹੇ ਕਿਹੜੇ ਕਾਰਨ ਸੀ ਜਿਨ੍ਹਾਂ ਨੇ ਤੁਹਾਨੂੰ ਗਾਇਕੀ ਤੇ ਦੇਸ਼ ਛੋੜਨ ਲਈ ਮਜਬੂਰ ਕਰ ਦਿੱਤਾ? ਪਹਿਲੀ ਤਾਂ ਗੁਸਤਾਖੀ ਦੀ ਮਾਫੀ, ਜੋ ਵੀ ਮੈਂ ਹਾਂ ਸਿਰਫ ਲੋਕਾਂ ਤੇ ਪਿਆਰ ਕਰਕੇ ਆ, ਮਾਂ-ਬਾਪ ਦੇ ਆਸ਼ੀਰਵਾਦ ਕਰਕੇ ਆ। ਬੇਮੁਖ ਮੈਂ ਪੰਜਾਬ ਤੋਂ ਹੋ ਹੀ ਨਹੀਂ ਸਕਦਾ, ਨਾ ਹੋਇਆ, ਨਾ ਹੋਊਗਾ, ਨਾ ਮੇਰੀ ਔਕਾਤ ਹੈ। ਜਦੋਂ ਗਾਇਕੀ ਤੋਂ ਮੈਂ ਪਰੇ ਹੋਇਆ ਸੀ ਤਾਂ ਮੇਰੇ ਮੇਨ ਕਾਰਨ ਸੀ ਕਿ ਮੈਨੂੰ ਰੂਹ ਹਰ ਰੋਜ਼ ਕਹਿੰਦੀ ਸੀ ਕਿ ਇਹ ਕੰਮ ਤੇਰਾ ਨਹੀਂ ਹੈ। ਸੋ ਰੂਹ ਖੁਸ਼ ਨਹੀਂ ਸੀ ਮੇਰੀ। ਮੈਨੂੰ ਜ਼ਰੂਰਤ ਸੀ ਸ਼ਾਇਦ ਉਦੋਂ, ਮੇਰਾ ਇੱਕ ਕਲਾਕਾਰ ਅੰਦਰਲਾ ਹੁੱਜਾ ਮਾਰਦਾ ਸੀ ਮੈਨੂੰ ਕਿ ਕੁਛ ਕਲਾਕਾਰੀ ਵੱਲ ਨੂੰ ਮੁੜ, ਪਰ ਮੈਨੂੰ ਮੇਨ ਸਟਰੀਮ ਫਿਲਮਾਂ ਦਾ ਪਤਾ ਹੀ ਨਹੀਂ ਸੀਗਾ ਕਿ ਮੈਂ ਫਿਲਮਾਂ 'ਚ ਵੀ ਜਾਣਾ ਜਾਂ ਜਾ ਸਕਦਾ। ਤੇ ਮੈਨੂੰ ਇਹ ਸੀ ਕਿ ਕਲਾਕਾਰ ਬਣਨਾ ਹੈ, ਔਰ ਉਸ ਵਕਤ ਮੇਰੇ ਕੋਲੇ ਗਾਇਕੀ ਦਾ ਇੱਕ ਖਿੱਤਾ ਸੀ ਜਿੱਥੇ ਮੈਂ ਅੱਗੇ ਵੱਧ ਸਕਦਾ ਸੀ। ਮਜਬੂਰੀ ਇਹੀ ਸੀ ਕਿ ਰੂਹ ਨਹੀਂ ਸੀ ਖੁਸ਼। ਬਾਕੀ ਪੰਜਾਬ ਛੱਡ ਕੇ ਜਾਣਾ ਚੰਗੇ ਭਵਿੱਖ ਲਈ ਕੈਨੇਡਾ ਨੂੰ ਤੁਰਿਆ ਸੀਗਾ, ਗਿਆ ਸੀ, ਬਟ ਉੱਥੇ ਜੜਾ ਨੇ ਤੁਹਾਨੂੰ ਵਾਪਸ ਬੁਲਾ ਲਿਆ। ਹੋਰ ਤਾਂ ਕੁਛ ਨਹੀਂ, ਪੈਰ ਨਹੀਂ ਲੱਗੇ ਮੈਨੂੰ। ਇਹ ਨਹੀਂ ਮੈਂ ਕਹਿ ਸਕਦਾ ਕਿ ਮੈਨੂੰ ਪਸੰਦ ਨਹੀਂ ਆਇਆ ਜਾਂ ਉੱਥੇ ਦੇ ਲੋਕ ਨਹੀਂ ਚੰਗੇ, ਉੱਥੇ ਦੇ ਆਬੋ ਹਵਾ ਨਹੀਂ ਚੰਗੀ, ਕਮਾਈ ਨਹੀਂ ਚੰਗੀ, ਪਾਣੀ ਨਹੀਂ ਚੰਗਾ। ਉੱਥੇ ਸਭ ਕੁਛ ਬਹੁਤ ਚੰਗਾ, ਬਹੁਤ ਸਭ ਕੁਛ ਠੀਕ ਹੈ, ਪਰ ਮੇਰੇ ਮਾਲ ਮੇਚ ਨਹੀਂ ਆਈ। ਉਹ ਮੇਰੇ ਸ਼ਾਇਦ, ਹੁਣ ਮੈਨੂੰ ਪਤਾ ਨਹੀਂ ਕਿ ਉਹ ਚੰਗਾ ਡਿਸੀਜਨ ਸੀ ਕਿ ਮਾੜਾ ਸੀ, ਬਟ ਮੈਨੂੰ ਪੰਜਾਬ 'ਚ ਰਹਿ ਕੇ ਮੈਂ ਖੁਸ਼ ਹਾਂ ਤੇ ਮੈਨੂੰ ਖੁਸ਼ੀ ਮਿਲੀ ਹੈ ਜਦੋਂ ਮੈਂ ਆ ਗਿਆ ਸੀ ਵਾਪਸ। ਉਦੋਂ ਵੀ ਪਰ ਮੈਂ ਰਿਹਾ ਹੀ ਬਹੁਤ ਥੋੜਾ ਸਮਾਂ ਸੀ ਉੱਥੇ। ਮਤਲਬ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਆਪਣੇ ਵਿਰਸੇ, ਆਪਣੇ ਜੜ੍ਹਾਂ ਤੋਂ ਅਲੱਗ ਨਹੀਂ ਹੋ ਸਕਦੇ, ਔਰ ਤੁਹਾਨੂੰ ਤੁਹਾਡੇ ਪੰਜਾਬ ਦੇ ਮੋਹ ਨੇ, ਤੁਹਾਡੇ ਅੰਤਾਂ ਦੇ, ਜਿਹੜਾ ਪੰਜਾਬੀ ਮਾਂ ਬੋਲੀ ਨਾਲ, ਪੰਜਾਬ ਨਾਲ ਜਿਹੜਾ ਤੁਹਾਡਾ ਅੰਤਾਂ ਦਾ ਮੋਹ ਹੈ, ਉਹਨੇ ਤੁਹਾਨੂੰ ਆਪਣੀ ਧਰਤੀ ਤੇ ਵਾਪਸ ਬੁਲਾਇਆ, ਔਰ ਸ਼ਾਇਦ ਇਹ ਜ਼ਰੂਰਤ ਸੀ ਸਮੇਂ ਦੀ। ਯੈਸ, ਸਮੇਂ ਦੀ ਜ਼ਰੂਰਤ ਤਾਂ ਮੇਰੇ ਕੋਲੇ ਵੇ ਬੈਕ ਸੀਗਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪੰਜਾਬ 'ਚ ਆ ਕੇ ਰੋਟੀ ਖਾਣ ਜੋਗੇ 2 ਖੁੱਡ ਬਾਪੂ ਹੋਣਾ ਨੇ ਮੈਨੂੰ ਦਿੱਤੇ ਹੋਏ ਸੀਗੇ, ਉਹਦੇ ਸਹਾਰੇ ਮੈਂ ਜ਼ਿੰਦਗੀ ਕੱਟ ਸਕਦਾ ਸੀ। ਉਹ ਸਿਕਿਉਰਿਟੀ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਸੀ।
ਤੇ ਅਦਰਵਾਈਜ਼ ਮੇਰੇ ਕੋਲ ਇੱਥੇ ਕੋਈ ਕੰਮ ਤਾਂ ਐਸਾ ਨਹੀਂ ਸੀ ਜਿਹੜਾ ਕੈਨੇਡਾ 'ਚ ਨਹੀਂ ਸੀ ਹੋ ਸਕਦਾ। ਮਿਹਨਤ ਕਰਨੀ ਸੀ ਜ਼ਿੰਦਗੀ ਦੇ ਵਿੱਚ, ਉਹ ਕੈਨੇਡਾ 'ਚ ਵੀ ਕਰਨੀ ਪੈਣੀ ਸੀ, ਇੱਥੇ ਵੀ ਕਰਨੀ ਪੈਣੀ ਸੀ। ਕੰਮ ਇੱਥੇ ਵੀ ਕਰ ਰਿਹਾ, ਔਰ ਰੱਬ ਸੁੱਖ ਰੱਖੇ ਤਾਂ ਜ਼ਿੰਦਗੀ 'ਚ ਇਹ ਕੰਮ ਮੈਨੂੰ ਬਹੁਤ ਚੰਗਾ ਲੱਗਦਾ, ਫਿਲਮਾਂ ਦਾ ਕੰਮ ਜਿਹੜਾ ਕਰਨਾ ਫਿਲਮਾਂ 'ਚ। ਔਰ ਮੈਂ ਤਾਂ ਜ਼ਿੰਦਗੀ ਜਿੰਨਾ ਚਿਰ ਤੰਦਰੁਸਤ ਤਾਂ ਸਾਹ ਨੇ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ। ਬਿਲਕੁਲ ਬਿਲਕੁਲ ਜੀ, ਬਿਲਕੁਲ ਹੌਬੀ ਜੀ, ਤੁਸੀਂ ਬਿਲਕੁਲ ਸਹੀ ਕਿਹਾ। ਔਰ ਜੇ ਅਸੀਂ ਇਹ ਕਵਾਂਗੇ ਕਿ ਤੁਸੀਂ ਇਹ ਮੰਨਦੇ ਹੋ 2 ਪੈਰ ਘੱਟ ਤੁਰਨਾ ਪਰ ਤੁਰਨਾ ਮਣਕ ਦੇ ਨਾਲ, ਤੁਸੀਂ ਰੂਹ ਦੇ ਸਕੂਨ ਲਈ ਅਦਾਕਾਰੀ ਵਿੱਚ ਆਏ ਤੇ ਜਿੱਥੋਂ ਤੱਕ ਕਿ ਮੇਰੀ ਜਾਣਕਾਰੀ ਹੈ ਤੁਸੀਂ ਆਪਣਾ ਇਹ ਸਫ਼ਰ ਅੱਗ ਦੇ ਕਲੀਰੇ ਤੋਂ ਸ਼ੁਰੂ ਕੀਤਾ, ਜਿਹਦੇ ਵਿੱਚ ਕਿ ਤੁਸੀਂ ਪ੍ਰੋਡਿਊਸਰ ਸੀ, ਪਰ ਕਿਸੇ ਕਾਰਨ ਤੁਹਾਨੂੰ ਉਸ ਵਿੱਚ ਅਦਾਕਾਰੀ ਨਿਭਾਣੀ ਪਈ, ਜੋ ਕਿ ਹਿੰਦੁਸਤਾਨ ਵਿੱਚ ਹੀ ਨਹੀਂ, ਤੁਹਾਡਾ ਉਹ ਜਿਹੜਾ MLA ਦਿਆਲ ਸਿੰਘ ਦਾ ਰੋਲ ਸੀ ਉਹ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਅਮਰੀਕਾ ਹਰ ਜਗ੍ਹਾ ਉਹਨੇ ਉਹ ਤੁਹਾਨੂੰ ਉਸ ਨਾਂ ਨਾਲ ਇੱਕ ਨਵੀਂ ਪਹਿਚਾਣ ਦਿੱਤੀ। ਤੇ ਫਿਰ ਤੁਸੀਂ ਆਪਣਾ ਰੁਖ ਜਿਹੜਾ ਹੈ ਪੰਜਾਬੀ ਫਿਲਮਾਂ ਵੱਲ ਕੀਤਾ, ਜਿਹਦੇ ਚ ਕਿ ਤੁਹਾਡੀ ਅਦਾਕਾਰੀ ਦਾ ਲੋਕੀ ਲੋਹਾ ਮੰਨਦੇ ਨੇ। ਜੀ ਮੈਂ ਰੱਬ ਤੋਂ ਬਹੁਤ ਡਰਦਾ, ਰੱਬ ਦੇ ਮੈਂ ਚਰਨਾਂ 'ਚ ਰਹਿਣਾ ਚਾਹੁੰਦਾ। ਸੋ ਕਦੇ ਮੈਂ ਪਲਾਨ ਨਹੀਂ ਕਰਦਾ। ਜਿੰਨੀਆਂ ਵੀ ਪਲੈਨਿੰਗਸ ਮੈਂ ਲਾਈਫ ਦੇ ਵਿੱਚ ਕੀਤੀਆਂ ਨੇ ਆਪਦੇ ਵਾਈਫ ਦੇ ਨਾਲ ਬੈਠ ਕੇ, ਲਿਲੀ ਦੇ ਨਾਲ, ਮੇਰੀ ਵਾਈਫ ਦਾ ਨਾਮ ਲਿਲੀ ਹੈ, ਮਨਪ੍ਰੀਤ ਕੌਰ, ਤਾਂ ਅਸੀਂ ਜਿੰਨੀਆਂ ਵੀ ਪਲੈਨਿੰਗਸ ਕੀਤੀਆਂ ਨੇ ਸਿਰੇ ਨਹੀਂ ਚੜੀਆਂ। ਉਹਨਾਂ ਚੋਂ ਕੈਨੇਡਾ ਜਾ ਕੇ ਵਸ ਜਾਣਾ ਵੀ ਇੱਕ ਪਲੈਨਿੰਗ ਸੀ, ਇੱਕ ਮਲੇਰਕੋਟਲੇ ਫੈਕਟਰੀ ਚਲਾਉਣਾ ਉਹ ਪਲੈਨਿੰਗ ਸੀ, ਬਟ ਪਟਿਆਲੇ ਚਲੇ ਜਾਣਾ, ਫਿਲਮਾਂ 'ਚ ਕੰਮ ਕਰਨ ਲੱਗ ਜਾਣਾ, ਗਾਉਣ ਲੱਗ ਜਾਣਾ ਤੇ ਹੋਰ ਬਹੁਤ ਸਾਰੇ ਡਿਸੀਜਨਸ ਨੇ ਜ਼ਿੰਦਗੀ ਦੇ, ਉਹ ਅਨਪਲੈਨਡ ਸੀਗੇ। ਸੋ ਮੈਂ ਸਮਰਪਿਤ ਆ ਰੱਬ ਦੇ ਚਰਨਾਂ 'ਚ ਕਿ ਉਹਦੀ ਜਿਹੜੀ ਪਲੈਨਿੰਗ ਉਹ ਬਹੁਤ ਵੱਡੀ ਹੈ। ਸੋ ਜਿੱਦਾਂ ਕਹਿੰਦੇ ਹੁੰਦੇ ਨੇ ਵੀ ਬਸ ਬਾਬੇ ਨਾਨਕ ਦੇ ਚਰਨਾਂ 'ਚ ਹਥਿਆਰ ਸਿੱਟਦੇ ਜ਼ਿੰਦਗੀ ਦੇ, ਵੀ ਚੱਲ ਬਾਬਾ ਤੋਰੀ ਚੱਲ ਤੇ ਅਸੀਂ ਤੁਰੀ ਚੱਲਦੇ ਹਾਂ। ਬਿਲਕੁਲ ਜੀ, ਬਿਲਕੁਲ। ਔਰ ਉਹ ਸ਼ਾਇਦ ਸਾਡੇ ਤੋਂ ਜ਼ਿਆਦਾ ਵਧੀਆ ਪਲੈਨਿੰਗ ਸਾਡੇ ਲਈ ਕਰੀ ਬੈਠਾ ਹੁੰਦਾ ਹੈ। ਬਿਲਕੁਲ। ਅਸੀਂ ਵੱਧ ਤੋਂ ਵੱਧ ਬਹੁਤ ਵੱਡੀ ਸ਼ਖਸੀਅਤ ਹੋਏਗੀ ਜਿਹੜੀ ਦੁਨੀਆ ਦੀ, ਉਹ ਸਿਰਫ ਇੱਕ ਜਨਮ ਸੋਚ ਸਕਦੀ ਹੈ, ਤੇ ਮੇਰੇ ਬਾਬੇ ਨਾਨਕ ਨੇ ਮੇਰੇ ਕਈ 84 ਲੱਖ ਜੂਨਾਂ ਸੋਚੀਆਂ ਹੋਈਆਂ ਨੇ। ਬਿਲਕੁਲ ਬਿਲਕੁਲ ਜੀ, ਬਿਲਕੁਲ। ਹੁਣ ਜੇ ਅਸੀਂ ਤੁਹਾਡੀ ਪੰਜਾਬੀ ਫਿਲਮਾਂ ਵੱਲ ਆਈਏ ਤਾਂ ਤੁਹਾਡੀ ਅਦਾਕਾਰੀ ਬੁर्रा ਫਿਲਮ ਤੋਂ ਸ਼ੁਰੂ ਹੋਈ, ਜਿਹਦੇ ਚ ਕਿ ਤੁਸੀਂ ਨਾਇਕ ਦੇ ਪਿਤਾ ਜੀ ਦਾ ਰੋਲ ਕੀਤਾ। ਫਿਰ ਤੁਹਾਨੂੰ ਜਿੱਥੋਂ ਨਾਮ ਤੇ ਇੱਕ ਪਹਿਚਾਣ ਮਿਲੀ ਉਹ ਸੀ ਤੁਹਾਡਾ ਰੋਲ ਗੱਜਣ ਸਿੰਘ ਦਾ ਫਿਲਮ ਅੰਗਰੇਜ਼ ਵਿੱਚ। ਉਸ ਤੋਂ ਬਾਅਦ ਤੁਹਾਡੀ ਬਲੌਕਬਸਟਰਸ ਦੀ ਝੜੀ ਲੱਗ ਗਈ। ਕਹਿੰਦੇ ਨੇ ਕਿ ਹਰ ਜਿਹੜਾ ਅਦਾਕਾਰ ਦੀ ਕਿਸਮਤ ਵਿੱਚ ਇੰਨੀਆਂ ਬਲੌਕਬਸਟਰਸ ਨਹੀਂ ਹੁੰਦੀਆਂ, ਸ਼ਾਇਦ 80% ਤੋਂ 90% ਜਿੰਨੀਆਂ ਤੁਸੀਂ ਫਿਲਮਾਂ ਕੀਤੀਆਂ ਉਹਦੇ ਚੋਂ 80% ਜਿਹੜੀਆਂ ਤੁਹਾਡੀਆਂ ਸੀ ਉਹ ਬਲੌਕਬਸਟਰ ਹਿੱਟ ਪਿਕਚਰਾਂ ਹੋਈਆਂ। ਚਾਹੇ ਅਸੀਂ ਜੋਰਾ 10 ਨੰਬਰੀਆ ਕਹੀਏ, ਚਾਹੇ ਇੱਕ ਸੰਧੂ ਹੁੰਦਾ ਸੀ, ਚਾਹੇ ਅਰਦਾਸ ਕਹੀਏ, ਮੰਜੇ ਬਿਸਤਰੇ ਕਹੀਏ, ਬੰਬੂ ਕਾਟ ਕਹੀਏ, ਕੈਰੀ ਔਨ ਜੱਟਾ ਤੂੰ ਕਹੀਏ, ਹਰ ਵਿੱਚ ਜਿਹੜਾ ਤੁਸੀਂ ਕਿਰਦਾਰ ਬਹੁਤ ਹੀ ਵੱਖਰਾ ਨਿਭਾਇਆ ਤੇ ਉਸ ਕਿਰਦਾਰ ਵਿੱਚ ਤੁਸੀਂ ਆਪਣਾ ਜਾਨ ਫੂਕ ਦਿੱਤੀ, ਜਿਹਨੂੰ ਕਹਿੰਦੇ ਆ ਕਿ ਰੂਹ ਪਾ ਦਿੱਤੀ ਉਸ ਕਿਰਦਾਰ ਵਿੱਚ। ਉਹ ਮੇਰੇ ਮਾਲਕ, ਉਹ ਮੇਰੇ ਮਾਲਕ। ਤੇ ਬਸ ਪਿਆਰ ਹੈ ਜੀ। ਬਿਲਕੁਲ ਜੀ। ਹੌਬੀ ਧਾਲੀਵਾਲ ਜੀ, ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਇਹ ਜਿਹੜੇ ਪੰਜਾਬੀ ਫਿਲਮਾਂ ਵੱਲ ਤੁਸੀਂ ਰੁਖ ਕਦੋਂ ਤੇ ਕਿੱਦਾਂ ਕੀਤਾ? ਮਤਲਬ ਤੁਹਾਨੂੰ ਕਹਿੰਦੇ ਨੇ ਜਾਂ ਤਾਂ ਗੋਡਫਾਦਰ ਹੁੰਦਾ ਹੈ ਜਾਂ ਫਿਰ ਕੋਈ ਉੱਥੇ ਤੱਕ ਲਿਜਾਣ ਵਾਲਾ ਖਾਨਦਾਨ ਕੋਈ ਆਪਣੀ ਫੈਮਿਲੀ 'ਚ ਹੁੰਦਾ ਹੈ, ਮਤਲਬ ਤੁਸੀਂ ਉੱਥੋਂ ਤੱਕ ਕਿੱਦਾਂ ਪਹੁੰਚੇ? ਜਿਹੜਾ ਮੇਰਾ ਪਹਿਲਾ ਸੀਗਾ ਅੱਗ ਦੇ ਕਲੀਰੇ, ਉਹ ਮੇਰੇ ਸਾਡੇ ਵੱਡੇ ਭੂਆ ਜੀ ਨੇ, ਸਰਦਾਰਨੀ ਕੁਲਵੰਤ ਕੌਰ, ਅਸੀਂ ਉਹਨੂੰ ਸ਼ਾਹਣੀ ਭੂਆ ਜੀ ਕਹਿੰਦੇ ਆ ਕਿਉਂਕਿ ਉਹ ਸ਼ਾਹਾਂ ਦੇ ਵਿਆਹੇ ਹੋਏ ਸੀਗੇ। ਢੱਡੇ ਪਿੰਡ ਹੈ ਜਲੰਧਰ ਦੀਆਂ ਜੜ੍ਹਾਂ ਦੇ ਵਿੱਚ। ਉਹਨਾਂ ਦਾ ਵੱਡਾ ਬੇਟਾ ਸਾਡੇ ਵੀਰ ਜੀ ਸੁਖਵੰਤ ਢੱਡਾ, ਜਿਨ੍ਹਾਂ ਨੇ ਇੱਕ ਚਾਦਰ ਮੈਲੀ ਸੀ ਫਿਲਮ ਬਣਾਈ ਸੀ, ਡਾਇਰੈਕਟ ਕੀਤੀ ਸੀ, ਉਹ ਮੇਰੇ ਸਕੇ ਭੂਆ ਜੀ ਦਾ ਬੇਟਾ। ਉਹ ਮੈਨੂੰ ਲੈ ਕੇ ਗਏ ਸੀ ਅੱਗ ਦੇ ਕਲੀਰੇ ਵਾਸਤੇ। ਤੋ ਉਹਨੂੰ ਵੀ ਅਸੀਂ ਕਹਿ ਸਕਦੇ ਹਾਂ ਮੇਰੀ ਮੇਨ ਜੜ ਤਾਂ ਉਸ ਇਨਸਾਨ ਦੀ ਲਾਈ ਹੋਈ ਹੈ। ਉਹਨੂੰ ਪਿਆਰ ਨਾਲ ਅਸੀਂ ਟੀਟੋ ਵੀਰ ਜੀ ਕਹਿੰਦੇ ਆ। ਟੀਟੋ ਵੀਰ ਜੀ ਨੇ ਮੇਰੀ ਜੜ ਲਾਈ ਹੋਈ ਹੈ। ਤੇ ਦੂਸਰਾ ਜਿਹੜਾ ਹੈਗਾ ਉਹ ਇੱਕ ਕੁੜੀ ਹੈਗੀ ਆ, ਅੱਗ ਦੇ ਕਲੀਰੇ 'ਚ ਕੰਮ ਕਰਦੀ ਸੀਗੀ, ਸੁੱਖ ਨਾਲ ਹੁਣ ਤਾਂ ਅਮਰੀਕਾ ਚਲੇ ਗਿਆ ਉਹ ਸਮੇਤ ਪਰਿਵਾਰ, ਸੁਖਬੀਰ ਰਜ਼ੀਆ ਬਠਿੰਡੇ ਤੋਂ। ਉਹਨੇ ਮੈਨੂੰ ਪਹਿਲੀ ਵਾਰੀ ਬੁर्रा ਫਿਲਮ ਦੀ ਟੀਮ ਦੇ ਨਾਲ ਇੰਟਰੋਡਿਊਸ ਕਰਾਇਆ ਸੀ।
ਤੇ ਬਸ ਉਹਨਾਂ ਨੂੰ ਕਹਿ ਲਓ ਵੀ ਉਹ ਗॉडफादर ਨੇ, ਉਹ ਰੱਬ ਨੇ ਜ਼ਰੀਆ ਬਣਾਤਾ, ਜਾਂ ਮੈਂ ਇੱਧਰ ਨੂੰ ਆਉਣਾ ਸੀ। ਹਾਂ, ਮੈਨੂੰ ਜਿਹੜੀ ਅੰਗਰੇਜ਼ ਫਿਲਮ ਜਾਂ ਹੋਰ ਕਈ ਫਿਲਮਾਂ ਦੇ ਵਿੱਚ ਮਨਮੀਤ ਬਿੰਦਰਾ ਹੈ, ਉਹ ਮੈਨੂੰ ਲੈ ਕੇ ਗਿਆ। ਮੇਰਾ ਵੀਰ ਹੈ, ਕਾਸਟਿਊਮ ਡਿਜ਼ਾਈਨਰ ਹੈ ਸਾਡੇ, ਬੜਾ ਮਸ਼ਹੂਰ ਜਲੰਧਰ ਤੋਂ। ਤੇ ਮਨਮੀਤ ਬਿੰਦਰਾ ਅੱਜ ਵੀ ਮੇਰੇ ਨਾਲ ਬਹੁਤ ਚੋਖੇ ਸੰਬੰਧ ਨੇ, ਤੇ ਉਹਨੇ ਵੀ ਮੈਨੂੰ ਬਹੁਤ ਸਾਰੀਆਂ ਫਿਲਮਾਂ ਦੇ ਕੰਮ ਦਵਾਇਆ, ਮੈਂ ਰਿਣੀ ਆ ਉਹਦਾ। ਸੋ ਇਹ ਲੋਕ ਨੇ ਜਿਹੜੇ ਮੈਨੂੰ ਫਿਲਮ ਇੰਡਸਟਰੀ 'ਚ ਲੈ ਕੇ ਗਏ ਨੇ, ਜਿਨ੍ਹਾਂ ਦੇ ਜ਼ਰੀਏ ਮੈਂ ਗਿਆ। ਤੇ ਮੈਂ ਜੋ ਕੰਮ ਕੀਤਾ, ਜੋ ਟਕਾ ਹੈ ਮੇਰਾ ਅੱਜ ਫਿਲਮ ਇੰਡਸਟਰੀ 'ਚ ਮੁਕਾਮ ਹੈ, ਉਹ ਸਿਰਫ ਮੇਰੀ ਆਡੀਅנס ਦੇ ਪਿਆਰ ਕਰਕੇ ਆ। ਕਿਉਂਕਿ ਮੈਂ ਰੱਬ ਤੋਂ ਡਰਨ ਵਾਲਾ ਬੰਦਾ, ਤੇ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ, ਜਿੱਥੇ ਇਕੱਠ ਹੋ ਜਾਂਦਾ, ਉਹ ਮੈਨੂੰ ਰੱਬ ਹੀ ਦਿਸਦਾ ਹੁੰਦਾ। ਤੇ ਜਦੋਂ ਇੰਨੇ ਲੋਕ ਇਕੱਠੇ ਹੋ ਕੇ ਮੈਨੂੰ ਪਿਆਰ ਕਰਦੇ ਨੇ, ਤੇ ਮੈਨੂੰ ਇਉਂ ਲੱਗਦਾ ਕਿ ਰੱਬ ਨੇ ਮੇਰੀ ਹੋਰ ਜ਼ਿੰਮੇਵਾਰੀ ਲਾਤੀ ਹੈ ਕਿ ਮੈਂ ਹੋਰ ਮਿਹਨਤ ਕਰਾਂ ਔਰ ਹੋਰ ਜ਼ਿੰਮੇਵਾਰੀ ਨਾਲ ਰੋਲ ਕਰਾਂ, ਔਰ ਚੰਗਾ ਉਹਨਾਂ ਦੀ ਝੋਲੀ 'ਚ ਪਾਵਾਂ ਜੋ ਮੇਰੇ ਤੋਂ ਐਕਸਪੈਕਟ। ਪਰ ਹੌਬੀ ਜੀ, ਜੇ ਅਸੀਂ ਦੇਖੀਏ ਤਾਂ ਬਹੁਤ ਲੋਕੀ ਜਿਹੜੇ ਨੇ ਥੀਏਟਰ ਡਿਪਾਰਟਮੈਂਟ 'ਚੋਂ ਬਹੁਤ ਪੜ੍ਹਾਈ ਕਰਕੇ ਵੀ ਇੰਨੇ ਕਾਮਯਾਬ ਨਹੀਂ ਹੁੰਦੇ, ਔਰ ਤੁਸੀਂ ਕਹਿੰਦੇ ਹੋ ਕਿ ਮੈਂ ਥੀਏਟਰ ਨਹੀਂ ਕੀਤਾ, ਮੈਂ ਇਹਦੀ ਕੋਈ ਸਿੱਖਿਆ ਨਹੀਂ ਲਈ, ਪਰ ਤੁਹਾਡੀ ਕਿਸੇ ਵੀ ਭੂਮਿਕਾ 'ਚ ਸਾਨੂੰ ਇਹੋ ਜਿਹਾ ਨਹੀਂ ਮਹਿਸੂਸ ਹੁੰਦਾ ਕਿ ਇਹ ਤੁਹਾਡਾ ਜਿਹੜਾ ਹੈ ਥੀਏਟਰ ਤੋਂ ਤੁਸੀਂ ਦੂਰ ਹੋ ਜਾਂ ਤੁਸੀਂ ਐਕਟਿੰਗ ਸਿੱਖੀ ਨਹੀਂ, ਕਿਉਂਕਿ ਤੁਹਾਡਾ ਹਰ ਕਿਰਦਾਰ ਆਪਣੇ ਆਪ 'ਚ ਬਹੁਤ ਅਲੱਗ ਹੈ ਤੇ ਉਹਦਾ ਬਹੁਤ ਵੱਖਰੀ ਪਹਿਚਾਨ ਹੈ। ਸ਼ੁਰੂ ਤੋਂ ਮੇਰਾ ਪਿੰਡ ਬਹੁਤ ਛੋਟਾ ਜਿਹਾ 30 ਘਰਾਂ ਦਾ ਪਿੰਡ ਹੈ, ਤੇ ਮੈਂ ਉਹਨੂੰ ਕਲਾ ਨਗਰੀ ਦੇ ਨਾਂ ਨਾਲ ਜਾਣਦਾ ਹੁੰਦਾ ਸੀ, ਬੋਲਦਾ ਹੁੰਦਾ ਸੀ, ਕਹਿੰਦਾ ਹੁੰਦਾ ਸੀ। ਤੇ ਮੈਨੂੰ ਉੱਥੋਂ ਦਾ ਹਰ ਕਰੈਕਟਰ ਯਾਦ ਹੈ, ਮੇਰੇ ਘਰੇ ਆਏ ਹੋਏ ਮਹਿਮਾਨ ਯਾਦ ਨੇ, ਮੇਰੇ ਘਰ 'ਚ ਕੰਮ ਕਰਨ ਵਾਲੇ ਲੋਕਾਂ ਦੇ, ਚਾਹੇ ਉਹ ਗੁਆਂਢੀ ਪਿੰਡਾਂ ਦੇ ਸੀਗੇ ਬੀਬੀਆਂ ਬੰਦੇ, ਉਹਨਾਂ ਦੇ ਮੈਨੂੰ ਕਿਰਦਾਰ ਯਾਦ ਨੇ। ਸੋ ਮੈਨੂੰ ਇਉਂ ਲੱਗਦਾ ਹੁੰਦਾ ਵੀ ਜੇ ਮੈਂ ਪੁਲਿਸ ਵਾਲਾ ਆਫੀਸਰ ਕੋਈ ਬਣਾ, ਤਾਂ ਮੇਰੇ ਜਿਹੜੇ ਪੁਲਿਸ ਆਫੀਸਰ ਦੋਸਤ ਨੇ ਉਹ ਕਿੱਦਾਂ ਬਿਹੇਵ ਕਰਦੇ ਨੇ। ਜੇ ਇੱਕ ਘੈਂਟ ਸਰਦਾਰ ਆਪਦੇ ਬੱਚਿਆਂ ਨੂੰ ਝਿੜਕਦਾ ਜਾਂ ਸਮਝਾਉਂਦਾ, ਤਾਂ ਮੇਰੇ ਫਾਦਰ ਸਾਹਿਬ ਮੈਨੂੰ ਕਿੱਦਾਂ ਸਮਝਾਉਂਦੇ ਹੁੰਦੇ ਸੀਗੇ ਮੇਰੇ ਬਚਪਨ 'ਚ। ਉਹਦਾ ਮੈਂ ਕਰੈਕਟਰ ਫੜਦਾ। ਹੋਰ ਤਾਂ ਮੈਨੂੰ ਉਹ ਥੀਏਟਰ ਹੀ ਹੈ ਮੇਰੇ ਵਾਸਤੇ। ਉਹ ਇੱਕ ਬਹੁਤ ਵੱਡਾ ਥੀਏਟਰ ਹੈ ਜਿਹੜਾ 24 ਘੰਟੇ ਚੱਲਦਾ ਸੀ ਮੇਰੇ। ਮੈਂ ਸੌਂ ਜਾਂਦਾ ਸੀ ਪਰ ਉਹ ਥੀਏਟਰ ਬੰਦ ਨਹੀਂ ਸੀ ਹੁੰਦਾ। ਮੈਂ ਉੱਠਦਾ ਸੀ, ਉਹ ਥੀਏਟਰ ਚੱਲ ਰਿਹਾ ਹੁੰਦਾ ਸੀ, ਤੇ ਜਦੋਂ ਮੈਂ ਸੌਂਦਾ ਸੀ ਉਦੋਂ ਵੀ ਉਹ ਚੱਲ ਰਿਹਾ ਹੁੰਦਾ ਸੀ। ਤੇ ਕੰਧਾਂ ਕੋਠੇ ਟੱਪਣਾ, ਮੀਏ ਬਾਬੇ ਦੀਆਂ ਕਹਾਣੀਆਂ ਬਾਤਾਂ ਸੁਣਨੀਆਂ, ਗੁੱਲੀ ਡੰਡਾ ਖੇਡਣਾ, ਸਾਡੇ ਪਿੰਡ ਦੀਆਂ ਧੀਆਂ ਭੈਣਾਂ ਨੇ ਇਕੱਠਿਆਂ ਹੋ ਕੇ ਕੰਧਾਂ ਤੇ ਸਾਂਝੀ ਲਾਉਣੀ, ਮਿੱਟੀ ਦੇ ਉਹ ਤਾਰੇ ਜਿਹੇ ਬਣਾ ਕੇ, ਫਿਰ ਉਹਦੇ ਤੇ ਮੂੰਹ ਤੇ ਇੱਕ ਕੱਪੜਾ ਜਿਹਾ ਟੰਗਣਾ, ਫਿਰ ਸ਼ਾਮ ਨੂੰ ਇਕੱਠਿਆਂ ਹੋ ਕੇ ਗੀਤ ਗਾਉਣਾ, ਫਿਰ ਕਿਸੇ ਦੇ ਬਰਾਤ ਆਉਣੀ, ਕਿਸੇ ਦਾ ਜਾਗੋ ਨਿਕਲਣੀ। ਇੱਥੋਂ ਤੱਕ ਕਿ ਮੈਂ ਪਹਿਲੇ ਦਿਨ ਹੀ ਬੜਾ ਸੰਸਕਾਰ ਵੀ ਬੜੇ ਧਿਆਨ ਨਾਲ ਦੇਖਦਾ ਹੁੰਦਾ ਸੀ, ਬੰਦਾ ਮਰਿਆ ਕਿੱਦਾਂ ਤੇ ਉਹਦੀ ਲਾਸ਼ ਨੂੰ ਹੁਣ ਸਿਵਿਆਂ ਤੱਕ ਲਿਜਾਇਆ ਕਿਵੇਂ ਜਾਂਦਾ, ਉਹ ਰੀਤ ਰਵਾਇਤ ਕਿਉਂ ਨੇ, ਉਹ ਘੜਾ ਭੰਨਣਾ, ਉਹ ਚਾਰ ਬਣਾ ਕੇ ਆਟੇ ਜਿਹਦੇ ਰੱਖਣੇ, ਉਹ ਸਾਰੀਆਂ ਰਵਾਇਤਾਂ ਕਿਉਂ ਨੇ, ਉਹਨਾਂ ਪਿੱਛੇ ਮੈਂ ਘੋਖਦਾ ਵੀ ਰਿਹਾ। ਮੇਰੀ ਦਾਦੀ ਨੇ ਵੀ ਮੈਨੂੰ ਬਹੁਤ ਕੁਛ ਦੱਸਿਆ, ਤੇ ਉਹ ਵੱਡੇ ਨਾਲ ਤੋਂ ਸਿੱਖਦਾ ਰਿਹਾ। ਮੇਰਾ ਉਹੀ ਥੀਏਟਰ ਹੈ, ਉਹਦੇ ਨਾਲੋਂ ਕੋਈ ਵਧੀਆ ਥੀਏਟਰ ਨਹੀਂ। ਬਿਲਕੁਲ, ਮਤਲਬ ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਜਾਂ ਕਹਿ ਲਓ ਹਕੀਕਤ ਜ਼ਿੰਦਗੀ ਦੀ ਉਹ ਉੱਥੇ ਨਿਭਾ ਦਿੰਦੇ ਸੀ ਉਹ ਕਰੈਕਟਰ ਨੂੰ, ਤੇ ਉਹ ਤੁਹਾਡੀ ਜਿਹੜਾ ਬਹੁਤ ਵਧੀਆ ਅਦਾਕਾਰੀ ਉਹਦੇ ਵਿੱਚ ਦਿਖਦੀ ਸੀ। ਹੌਬੀ ਜੀ, ਕਿਉਂ ਨਾ ਅਸੀਂ ਗੱਲਾਂ ਦਾ ਸਿਲਸਿਲਾ ਹੋਰ ਜਾਰੀ ਰੱਖਾਂਗੇ, ਪਰ ਇਸ ਤੋਂ ਪਹਿਲਾਂ ਅਸੀਂ ਤੁਹਾਡੀ ਅੰਗਰੇਜ਼ ਜਿਹੜੀ ਹੈ ਪਿਕਚਰ 'ਚ ਤੁਹਾਡੀ ਭੂਮਿਕਾ ਦੀ ਇੱਕ ਝਲਕ ਦੇਖੀਏ। ਸ਼ੋਰ। ਮੈਂ ਇਹਨੂੰ ਕੀ ਕਰਨਾ ਜੀ? ਮੈਂ ਫੜਾਉਣ ਨਹੀਂ ਆਇਆ ਤੈਨੂੰ। ਮੌਤ ਵੇਖੀ ਆ ਕਦੇ? ਦਾਦੀ ਜੀ ਦੀ। ਦਾਦੀ ਨੂੰ ਮਿਲਣਾ ਤੂੰ? ਹਾਲੇ ਨਹੀਂ। ਡਰ ਨਹੀਂ ਲੱਗਦਾ? ਭੱਜਣਾ ਨਹੀਂ? ਬਹੁਤ ਭੱਜ ਲਿਆ ਜੀ, ਹੁਣ ਨਹੀਂ ਭੱਜਣਾ। ਵੈਸੇ ਵੀ ਤੁਸੀਂ ਭੱਜਣ ਦੇਣਾ ਹੀ ਨਹੀਂ। ਚਾਚਾ ਕੋ ਵਾਹ ਜੀ ਵਾਹ, ਬਾ ਕਮਾਲ ਅਦਾਕਾਰੀ। ਹੌਬੀ ਜੀ,
ਜਿੱਥੇ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਤੁਹਾਨੂੰ ਆਪਣੇ ਧਰਤੀ ਨਾਲ, ਪੰਜਾਬ ਨਾਲ, ਆਪਣੀ ਮਾਂ ਬੋਲੀ ਪੰਜਾਬੀ ਨਾਲ ਅੰਤਾਂ ਦਾ ਮੋਹ ਹੈ। ਤੁਸੀਂ ਆਪਣੇ ਵਿਰਸੇ, ਆਪਣੀ ਜੜ੍ਹਾਂ ਨਾਲ ਜੁੜੇ ਹੋਏ ਹੋ। ਇਹ ਮੋਹ ਸਾਨੂੰ ਤੁਹਾਡੇ ਭੰਗੜੇ ਵਿੱਚ, ਤੁਹਾਡੇ ਗੀਤਾਂ ਵਿੱਚ, ਤੁਹਾਡੀ ਗਾਇਕੀ ਵਿੱਚ, ਤੁਹਾਡੀ ਅਦਾਕਾਰੀ ਵਿੱਚ ਦਿਖਦਾ ਹੈ। ਤੇ ਜੇ ਮੈਂ ਕਹਾਂ, ਇਹ ਪਿਆਰ ਸਾਨੂੰ ਤੁਹਾਡੇ ਪਹਿਰਾਵੇ ਤੇ ਤੁਹਾਡੀ ਬੋਲਚਾਲ ਵਿੱਚ ਵੀ ਝਲਕਦਾ ਹੈ। ਤੁਸੀਂ ਦੇਸ਼ ਹੋਵੇ ਜਾਂ ਵਿਦੇਸ਼, ਸਾਨੂੰ ਹਮੇਸ਼ਾ ਚਿੱਟੇ ਜਾਂ ਕਾਲੇ ਕੁੜਤੇ ਪਜਾਮੇ ਵਿੱਚ ਹੀ ਨਜ਼ਰ ਆਏ ਹੋ ਜੀ। ਰੰਗ ਦੋ ਹੀ ਨੇ, ਇੱਕ ਚਿੱਟਾ ਤੇ ਇੱਕ ਕਾਲਾ। ਮੈਂ ਦੋਨੇ ਅਪਣਾਏ ਹੋਏ ਨੇ, ਬਸ ਮੇਰੇ ਕੋਲੇ ਰੰਗ ਹੀ ਦੋ ਨੇ। ਜਦੋਂ ਮੈਂ ਬਹੁਤ ਆਪਦੇ ਵੱਲੋਂ ਤਿਆਰ ਹੋਇਆ ਹੁੰਦਾ, ਉਦੋਂ ਮੈਂ ਕਾਲਾ ਰੰਗ ਪਾ ਲੈਂਦਾ। ਕਹਿੰਦੇ ਨੇ ਵੀ ਕਾਲੇ 'ਚ ਬੰਦਾ ਸੋਹਣਾ ਲੱਗਦਾ, ਤੇ ਉਹਦਾ ਮੈਂ ਚਿੱਟਾ ਪਾਈ ਰੱਖਦਾ। ਹੋਰ ਗੱਲ ਕੁਛ ਨਹੀਂ। ਮੈਨੂੰ ਲੱਗਦਾ ਕਿ ਹਾਂਜੀ ਸਰ, ਕੋਈ ਜਿੱਦ ਨਹੀਂ ਕਿ ਮੈਂ ਕੋਈ ਹੋਰ ਰੰਗ ਪਾਉਣਾ ਹੀ ਨਹੀਂ, ਪਰ ਮੈਨੂੰ ਚੰਗਾ ਹੀ ਲੱਗਦਾ। ਮੈਂ ਇੱਕ ਵਾਰੀ, ਪਹਿਲੀ ਵਾਰੀ ਜਦੋਂ ਚਿੱਟਾ ਕੁੜਤਾ ਪਜਾਮਾ ਪਾਇਆ, ਤੇ ਤਾਂ ਇੱਕ ਬੜੇ ਵੱਡੇ ਕਲਾਕਾਰ ਕੋਲੇ ਬੈਠਾ ਸੀ, ਮੈਂ ਜ਼ਿਕਰ ਨਹੀਂ ਕਰੂੰਗਾ, ਤਾਂ ਮੇਰੀ ਵਾਈਫ ਨੇ ਕਿਹਾ ਕਿ ਤੁਹਾਡਾ ਕੁੜਤਾ ਗੰਦਾ ਹੋ ਗਿਆ। ਉਹਨੇ ਕਿਹਾ ਅੱਜ ਤੋਂ ਬਾਅਦ ਰੋਕੀ ਨਾ, ਕਿਉਂਕਿ ਚਿੱਟਾ ਲਿਬਾਸ ਸਾਂਭਣਾ ਬਹੁਤ ਔਖਾ ਹੈ। ਬਸ ਕਹਿੰਦਾ ਇਹ ਕੱਪੜੇ ਗੰਦੇ ਹੋਣੇ ਤੇ ਲਿਬਾਸ ਗੰਦਾ ਹੋਣ 'ਚ ਬਹੁਤ ਫਰਕ ਹੈ। ਮੈਨੂੰ ਚੰਗਾ ਲੱਗਿਆ, ਉਹਦੇ 'ਚ ਡੂੰਘਾਈ ਬਹੁਤ ਸੀ। ਉਹ ਮੈਂ ਤੁਹਾਡੇ ਇਸ ਲਿਬਾਸ ਦਾ ਇੱਕ ਕਿੱਸਾ ਵੀ ਕੈਨੇਡਾ 'ਚ ਹੋਇਆ ਸੀ। ਕੀ ਹੋਇਆ? ਮੈਂ ਕੈਨੇਡਾ ਦੇ ਵਿੱਚ ਇੱਕ ਪਾਰਟੀ ਤੇ ਜਾਣਾ ਸੀ, ਤਾਂ ਕਿਸੇ ਦੇ ਘਰ ਬੈਠੇ ਅਸੀਂ ਕਿਸੇ ਹੋਰ ਤੀਸਰੇ ਬੰਦੇ ਦਾ ਇੰਤਜ਼ਾਰ ਕਰ ਰਹੇ ਸੀ। ਕੁੜਤਾ ਪਜਾਮਾ ਪਾਇਆ ਮੈਂ ਆਪਦੇ ਵੱਲੋਂ, ਬਹੁਤ ਵੱਡੀ ਟੌਰ ਕੱਢੀ ਹੋਈ, ਤੇ ਉਹ ਬੰਦੇ ਦੇ ਬੱਚੇ ਨੇ, ਬੇਟੇ ਨੇ ਆ ਕੇ ਕਹਿਤਾ ਕਿ ਇਹ ਤਾਂ ਨਾਈਟ ਸੂਟ ਹੈ। ਮੈਂ ਕਿਹਾ ਯਾਰ ਇਹ ਸਾਡਾ ਫਾਰਮਲ ਹੈ। ਕਹਿੰਦਾ ਨਾਈਟ ਸੂਟ ਹੈ। ਉਹ ਥੋੜਾ ਭਾਵੁਕ ਹੋ ਗਏ, ਉੱਚੀ ਵੀ ਬੋਲੇ। ਮੈਂ ਕਿਹਾ ਯਾਰ ਨਹੀਂ, ਇਹ ਨਾਈਟ ਸੂਟ ਨਹੀਂ, ਇਹ ਸਾਡਾ ਫਾਰਮਲ ਡਰੈਸ ਹੈ। ਕਹਿੰਦਾ ਇਹ ਕੈਨੇਡਾ, ਇਹ ਸਾਡਾ ਮੁਲਕ ਹੈ, ਸਾਡੇ ਮੁਲਕ 'ਚ ਇਸ ਲਿਬਾਸ ਨੂੰ ਅਸੀਂ ਨਾਈਟ ਸੂਟ ਕਹਿੰਦੇ ਹਾਂ। ਮੈਂ ਕਿਹਾ ਤੈਨੂੰ ਤੇਰਾ ਮੁਲਕ ਮੁਬਾਰਕ, ਰਵਾਇਤ ਮੁਬਾਰਕ, ਮੈਨੂੰ ਮੇਰਾ ਲਿਬਾਸ ਮੁਬਾਰਕ। ਲਿਬਾਸ ਮੁਬਾਰਕ, ਵਾਹ ਜੀ ਵਾਹ, ਬਹੁਤ ਵਧੀਆ। ਇਸ ਤੋਂ ਵਧੀਆ ਹੋਰ ਕੀ ਸਾਨੂੰ ਇੱਕ ਉਦਾਹਰਣ ਮਿਲੇਗੀ ਤੁਹਾਡੇ ਆਪਣੇ ਵਿਰਸੇ ਤੇ ਆਪਣੀਆਂ ਜੜ੍ਹਾਂ ਨਾਲ, ਆਪਣੇ ਦੇਸ਼ ਨਾਲ, ਆਪਣੀ ਮਾਤਰ ਭੂਮੀ ਨਾਲ ਪਿਆਰ ਦੀਆਂ। ਮੈਂ ਉਹ ਪਿਆਰ ਮੇਰਾ ਬਾਬੇ ਨਾਨਕ ਨੇ ਸਵੀਕਾਰਿਆ, ਜਿਹੜਾ ਮੈਂ ਕੀਤਾ ਸੀ ਇਸ ਲਿਬਾਸ ਦੇ ਨਾਲ, ਕਿ ਮੁੜ ਮੁੜ ਮੈਨੂੰ ਹੋਰ ਕਿਤੇ ਜਾਵਾਂ ਨਾ ਜਾਵਾਂ, ਮੁੜ ਮੁੜ ਮੈਨੂੰ ਕੈਨੇਡਾ ਜ਼ਰੂਰ ਜਾਣਾ ਪੈਂਦਾ ਹੈ। ਮੈਂ ਇਸ ਵਕਤ, ਸਾਡਾ ਕਜ਼ਨ ਹੈ ਸਰਦਾਰ ਬਲਵਿੰਦਰ ਸਿੰਘ ਸੰਧੂ, ਕੈਨੇਡਾ ਤੋਂ ਨੇ। ਉਹ ਇਸ ਵੇਲੇ ਇੰਡੀਆ ਆਏ ਹੋਏ ਨੇ, ਬਾਪ ਬੇਟਾ ਦੋਵੇਂ, ਤੇ ਹੈਰੀ ਸਾਡਾ ਭਤੀਜਾ ਮੇਰੇ ਸਾਹਮਣੇ ਬੈਠੇ ਨੇ ਦੋਵੇਂ ਚੁੱਪ ਕਰਕੇ। ਤੇ ਮੈਂ ਇਹਨਾਂ ਦੇ ਘਰ ਆਇਆ ਹੀ ਸੀ, ਹਲੇ ਪਹੁੰਚਿਆ ਹੀ ਸੀ, ਤੇ ਇਹ ਮੈਨੂੰ ਕਰੀ ਜਾਂਦੇ ਨੇ ਵੀ ਚੱਲ ਕੈਨੇਡਾ ਚੱਲੀਏ। ਸੋ ਮੈਂ ਇਹਨਾਂ ਨੂੰ ਵੀ ਦੱਸ ਦੇਣਾ ਵੀ ਜਿੰਨੀ ਵਾਰ ਵੀ ਮੈਂ ਵਾਪਸ ਗਿਆ 2007 ਤੋਂ ਬਾਅਦ, ਜਦੋਂ ਵੀ ਕੈਨੇਡਾ ਜਾਣਾ ਪਿਆ ਮੈਨੂੰ, ਤੇ ਮੈਨੂੰ ਮੇਰੇ ਬਾਬੇ ਨਾਨਕ ਨੇ ਕੁੜਤੇ ਪਜਾਮੇ 'ਚ ਹੀ ਲੈ ਕੇ ਗਿਆ। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਵਧੀਆ। ਮੈਂ ਬੜੇ ਫਖਰ ਦੇ ਨਾਲ ਜਾਣਾ। ਇੱਕ ਸ਼ਾਇਦ ਮੈਨੂੰ, ਜੇ ਮੈਂ ਗਲਤ ਨਹੀਂ ਤਾਂ ਮੈਨੂੰ ਇੱਕ ਕਾਰਨ ਇਹ ਵੀ ਲੱਗਦਾ ਹੈ ਕਿ ਲੋਕ ਕਹਿੰਦੇ ਨੇ ਕਿ ਤੁਹਾਡੀ ਜ਼ਿੰਦਗੀ ਖੁੱਲੀ ਕਿਤਾਬ ਹੈ, ਤੁਸੀਂ ਜਿਹੋ ਜਿਹੇ ਬਾਹਰੋਂ ਉਹੋ ਜਿਹੇ ਅੰਦਰੋਂ ਹੋ। ਔਰ ਸ਼ਾਇਦ ਇਹ ਜਿਹੜਾ ਚਿੱਟਾ ਰੰਗ ਹੈ ਨਾ, ਕਹਿੰਦੇ ਇੱਕ ਟਰਾਂਸਪੇਰੈਂਸੀ ਦਾ ਪ੍ਰਤੀਕ ਹੈ, ਸ਼ਾਇਦ ਇਸ ਲਈ ਵੀ ਇਹ ਤੁਹਾਨੂੰ ਜ਼ਿਆਦਾ ਫੱਬਦਾ ਹੈ। ਜੀ, ਮੇਰੇ ਆਪ ਦੇ ਸਰੀਰ 'ਚ ਬਹੁਤ ਜ਼ਿਆਦਾ ਆ, ਮੈਂ ਦਿਮਾਗ ਤੇ ਘੱਟ ਹੀ ਪਾ ਕੇ ਰਾਜੀ ਹਾਂ। ਸੋ ਜੇ ਮੈਂ ਅੰਦਰੋਂ ਖੁਸ਼ ਹਾਂ, ਲਿਬਾਸ ਵਰਗਾ ਚਿੱਟਾ ਖੁੱਲੀ ਕਿਤਾਬ ਆ, ਤਾਂ ਮੈਨੂੰ ਕੁਛ ਯਾਦ ਰੱਖਣ ਦੀ ਲੋੜ ਨਹੀਂ। ਮੈਂ ਜਿਹਦੇ ਨਾਲ ਹਾਂ ਉਹਦੇ ਨਾਲ ਹਾਂ, ਪ੍ਰਤੱਖ ਹਾਂ। ਪਰ ਬਾਬੇ ਨਾਨਕ ਨੇ ਜੁਰਤ ਇੰਨੀ ਦਿੱਤੀ ਹੋਈ ਹੈ ਕਿ ਜਿਹਦੇ ਨਾਲ ਨਹੀਂ ਹਾਂ, ਉਹਨੂੰ ਮੈਂ ਸਾਫ਼ ਲਫ਼ਜ਼ਾਂ 'ਚ ਕਹਿ ਸਕਦਾ ਕਿ ਮੈਂ ਨਹੀਂ ਹਾਂ। ਬਿਲਕੁਲ ਬਿਲਕੁਲ ਜੀ, ਬਿਲਕੁਲ। ਇੱਕ ਪੰਜਾਬੀ ਦੀ ਪਹਿਚਾਨ ਹੈ, ਉਹਦਾ ਰੋਬ ਹੈ। ਜੇ ਪੰਜਾਬੀਆਂ 'ਚ ਇਹ ਅਣਖ ਰੋਬ ਨਹੀਂ ਹੋਊਗਾ ਤਾਂ ਉਹ ਪੰਜਾਬੀ ਨਹੀਂ ਦਿਖਦਾ। ਹੌਬੀ ਜੀ, ਜਿੱਦਾਂ ਕਿ ਆਪਾਂ ਗੱਲਾਂ ਕਰ ਰਹੇ ਸੀ ਹੁਣ ਕਿ ਤੁਸੀਂ ਵੱਡੇ ਗਾਇਕ ਹੋ, ਅਦਾਕਾਰ ਹੋ, ਪ੍ਰੋਡਿਊਸਰ ਹੋ, ਉੱਥੇ ਮੈਂ ਇਹ ਵੀ ਦੱਸ ਦੇਣਾ ਚਾਹੁੰਦੀ ਹਾਂ ਆਪਣੇ ਦਰਸ਼ਕਾਂ ਨੂੰ ਕਿ ਜਦੋਂ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਆਏ ਤਾਂ ਇਸ ਚੀਜ਼ ਨੇ ਵੀ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੀ ਆਤਮਾ ਨੂੰ ਅੰਦਰੋਂ ਤੱਕ ਝੰਜੋੜ ਕੇ ਰੱਖ ਦਿੱਤਾ, ਤੇ ਤੁਸੀਂ ਦਿੱਲੀ ਜਾਣ ਵਿੱਚ
ਧਰਨੇ ਵਿੱਚ ਬੈਠ ਕੇ ਕਿਸਾਨਾਂ ਨਾਲ ਹੌਸਲਾ ਅਫਜ਼ਾਈ ਉਹਨਾਂ ਦੀ ਕੀਤੀ ਤੇ ਉਹਨਾਂ ਨੂੰ ਇਹ ਆਸ ਵੀ ਦਿਵਾਈ ਕਿ ਜਿੱਤ ਸਾਡੀ ਯਕੀਨਨ ਹੈ। ਤੇ ਸਾਨੂੰ ਆਪਣੇ ਕਿਸਾਨੀ ਅੰਦੋਲਨ ਦੇ ਉਹ ਤਜਰਬੇ ਵੀ ਸਾਡੇ ਨਾਲ ਸ਼ੇਅਰ ਕਰੋ। ਮੈਂ ਦੇਖੋ ਸਾਡਾ ਕਿਸਾਨ ਜਿਹੜੀ ਸੱਚਾਈ ਹੈ ਉਹ ਬਹੁਤ, ਕਿਉਂਕਿ ਇਸ ਵੇਲੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ 'ਚ ਆਪਣੀਆਂ ਗੱਲਾਂ ਨੂੰ ਸੁਣ ਰਹੇ ਨੇ, ਦੇਖ ਰਹੇ ਹੋਣਗੇ ਜਾਂ ਬਾਅਦ ਚੋਂ ਵੀ ਦੇਖਣਗੇ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ NRI ਭੈਣ ਭਰਾਵਾਂ ਨੂੰ, ਪਰਿਵਾਰਾਂ ਨੂੰ, ਮੇਰਿਆਂ ਨੂੰ, ਕਿ ਤੁਹਾਡੇ ਸਾਥ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। ਇੱਕ ਖਿਆਲ ਰੱਖੋ, ਤੁਸੀਂ ਭਾਵੇਂ ਚੌਥੀ ਪੀੜ੍ਹੀ ਹੋ ਜਾਵੋ, ਪਰ ਜਦੋਂ ਵੀ ਤੁਸੀਂ ਆਪ ਦੇ ਖਾਨਦਾਨ ਦੀਆਂ ਜੜ੍ਹਾਂ ਨੂੰ ਪਾਣੀ ਦਿਓਗੇ ਤਾਂ ਤੁਹਾਡੀਆਂ ਜੜ੍ਹਾਂ ਪੰਜਾਬ 'ਚ ਜ਼ਰੂਰ ਨਿਕਲਣਗੀਆਂ। ਉਹਨਾਂ ਜੜ੍ਹਾਂ ਨੂੰ ਯਾਦ ਰੱਖਿਓ। ਤੇ ਸਾਨੂੰ ਤੁਹਾਡੀ ਲੋੜ ਬਹੁਤ ਜ਼ਿਆਦਾ ਹੈ, ਪਰ ਹਾਂ ਸਾਡੀ ਤੁਸੀਂ ਸਿਆਸਤ 'ਚ ਸਾਥ ਨਾ ਦਿਓ, ਸਾਡੀ ਇਨਸਾਨੀਅਤ 'ਚ ਸਾਥ ਜ਼ਰੂਰ ਦਿਓ। ਤੁਸੀਂ ਇੱਥੇ ਪਾਰਟੀ ਕਿਸ ਦੀ ਸਰਕਾਰ ਬਣਦੀ ਹੈ ਉਹ ਹੋਵੇ ਨਾ ਹੋਵੇ, ਪਰ ਕਿਸਾਨਾਂ ਦੀ ਜਾਨ ਕਿਵੇਂ ਬਚਦੀ ਹੈ, ਉਹ ਕਰਜ਼ਾ ਮੁਕਤ ਕਿਵੇਂ ਹੋ ਸਕਦੇ ਨੇ, ਉਹ ਆਪਦੀ ਇਨਕਮ ਨੂੰ ਕਿੱਦਾਂ ਵਧਾ ਸਕਦੇ ਨੇ, ਉਹ ਪੰਜਾਬ ਦੇ ਵਾਤਾਵਰਨ ਨੂੰ ਕਿੱਦਾਂ ਬਚਾ ਸਕਦੇ ਨੇ, ਉਹ ਆਪਦੀ ਆਪ ਨੂੰ ਕਿੱਦਾਂ ਬਚਾ ਸਕਦੇ ਨੇ, ਇਹਦੇ ਵਾਸਤੇ ਸਾਨੂੰ ਜ਼ਰੂਰ ਤੁਹਾਡਾ ਸਾਥ ਚਾਹੀਦਾ। ਮੈਂ ਬਹੁਤ ਲੋਕਾਂ ਨਾਲ ਲੜਨਾ ਤਾਂ ਨਹੀਂ ਕਹਿ ਸਕਦਾ, ਪਰ ਮੈਂ ਕਈ ਵਾਰ ਭਾਵੁਕ ਹੋ ਜਾਂਦਾ, ਬੋਲਦਾ ਉੱਚੀ ਬੋਲ ਜਾਂਦਾ। ਕਈ ਖਿਮਾ ਦਾ ਜਾਚਕ ਹੈ, ਕਿਸੇ ਨੂੰ ਸ਼ਾਇਦ ਗਲਤ ਲਫ਼ਜ਼ ਵੀ ਵਰਤਿਆ ਗਿਆ ਹੋ, ਕਦੇ ਮਾਫ ਕਰ ਦਿਓ। ਮੈਂ ਬਹੁਤ ਸਾਰੇ ਕਿਸਾਨਾਂ ਨੂੰ ਕਹਿਣਾ ਹੁੰਦਾ, ਓਏ ਤੁਹਾਨੂੰ ਸਰਕਾਰ ਨੇ, ਪੰਜਾਬ ਦੀ ਧਰਤੀ ਨੇ ਧਰਤੀ ਦਿੱਤੀ, ਉਹਦੇ 'ਚ ਬੋਰ ਕਰਨ ਦੀ ਜੁਰਤ ਦਿੱਤੀ, ਮਿੱਠਾ ਪਾਣੀ ਦਿੱਤਾ, ਤੁਸੀਂ ਦਰਖਤ ਸਾਰੇ ਪੱਟਤੇ, ਤੁਹਾਨੂੰ ਸਰਕਾਰ ਨੇ ਬਿਜਲੀ ਦਾ ਕਨੈਕਸ਼ਨ ਦਿੱਤਾ ਪਿਛਲੇ 20 ਸਾਲਾਂ ਤੋਂ, ਚਾਹੇ ਕੋਈ ਵੀ ਸਰਕਾਰ ਸੀ, ਚੰਗੀ ਹੈ ਮਾੜੀ ਆ ਉਹ ਬਾਅਦ ਦੀ ਗੱਲ ਹੈ, ਪਰ ਸਾਨੂੰ ਬਿਜਲੀ ਮੁਫਤ ਮਿਲਦੀ ਹੈ। ਹਾਂਜੀ, ਸੋ ਸਾਡਾ ਫਰਜ਼ ਬਣਦਾ, ਜੇ 20 ਹਾਰਸ ਪਾਵਰ ਦੀ ਮੋਟਰ ਹੈ, 10 ਦਰਖਤ ਲਾ ਦਿਓ ਯਾਰ ਉਹਦੇ ਤੇ। ਤੁਸੀਂ ਵੀ ਸ਼ਾਮੇ ਬੈਠੋਗੇ, ਤੁਸੀਂ ਡੰਗਰ ਵੱਛਾ ਵੀ ਲਿਆ ਕੇ ਬਿਠਾ ਸਕੋਗੇ, ਘਰ ਦੀਆਂ ਸੁਆਣੀਆਂ ਵੀ ਤੁਹਾਡੇ ਨਾਲ ਬਾਹਰ ਆ ਕੇ ਬੈਠ ਸਕਣਗੀਆਂ। ਕੁਛ ਤੁਹਾਨੂੰ ਮੇਰਾ ਖਿਆਲ ਆ ਵੀ ਜੇ ਤੁਹਾਡੇ ਘਰ 'ਚ ਅੱਜ AC ਦੀ ਜ਼ਰੂਰਤ ਹੈ, ਸ਼ਾਇਦ ਜੇ ਇੰਨਾ ਕੁ ਕੰਮ ਕਰ ਲਈਏ ਤਾਂ 10 ਪੱਖਿਆਂ ਦੀ ਵੀ ਨਹੀਂ ਲੋੜ ਰਹਿਣੀ ਤੁਹਾਨੂੰ ਘਰ 'ਚ। ਤੇ ਆਪਣਤ ਜਿਹੜੀਆਂ ਜੋਗੇ ਸੀ ਅਸੀਂ, ਕਈ ਚੀਜ਼ਾਂ ਜੋਗੇ ਸੀ, ਉਹ ਜੋਗਾ ਗਵਾ ਲਿਆ। ਮੈਂ ਕਿਸੇ ਜੋਗਾ ਸੀ, ਮੇਰੇ ਕੋਲੇ ਆਪ ਦੇ ਜੋਗਾ ਗੰਨਾ ਸੀ, ਮੇਰੇ ਕੋਲੇ ਆਪ ਦੇ ਜੋਗਾ ਗੁੜ ਸ਼ੱਕਰ ਸੀ, ਮੇਰੇ ਕੋਲੇ ਆਪ ਦੇ ਜੋਗੀ ਚੀਨੀ ਸੀ, ਮੇਰੇ ਕੋਲੇ ਆਪ ਦੀ ਜੋਗੀ ਸਬਜ਼ੀ ਸੀ, ਮੇਰੇ ਕੋਲੇ ਆਪ ਦੇ ਜੋਗੇ ਡੰਗਰ ਸੀ, ਆਪ ਦੇ ਜੋਗਾ ਦੁੱਧ ਦਹੀਂ ਮੱਖਣ ਲੱਸੀ ਸੀ, ਮੇਰੇ ਕੋਲੇ ਆਪ ਦੇ ਜੋਗੇ ਰਿਸ਼ਤੇ ਸੀ, ਮੇਰੇ ਕੋਲੇ ਆਪ ਦੇ ਜੋਗੇ ਆਸ ਗੁਆਂਢ ਸੀ, ਮੇਰੇ ਕੋਲੇ ਆਪ ਦੇ ਜੋਗੇ ਰੀਤ ਰਵਾਇਤ ਸੀ, ਤਿੱਥ ਤਿਉਹਾਰ ਸੀ, ਮੇਰੇ ਕੋਲੇ ਮੇਲੇ ਸੀ, ਮਸਾਣੀਆਂ ਸੀ, ਪਰ ਅਸੀਂ ਸਭ ਕੁਝ ਗਵਾ ਲਿਆ। ਅਸੀਂ ਗਵਾ ਲਏ। ਸਾਡੀ ਸੋਚ ਛੋਟੀ ਹੋ ਗਈ, ਸਾਡੇ ਕਿਰਦਾਰ ਛੋਟੇ ਹੋ ਗਏ। ਸਾਡੇ ਕਿਰਦਾਰ ਵੱਡੇ ਕਰਨ ਵਾਸਤੇ ਸਾਨੂੰ ਹੰਬਲਾ ਮਾਰਨਾ ਪੈਣਾ, ਸਾਨੂੰ ਉੱਥੇ ਜਿਹੜੇ ਬਾਹਰ ਗਏ ਪਰਿਵਾਰਾਂ ਦਾ ਸਾਥ ਜ਼ਰੂਰੀ ਹੈ। ਪਰ ਅਦਰਵਾਈਜ਼ ਮੈਂ ਆਪ ਕਹਿਣਾ ਕਿ ਜਦੋਂ ਮੈਂ ਪਹਿਲੀ ਵਾਰੀ ਨਿੱਕਾ ਜਿਹਾ ਹੁੰਦਾ ਸੀ, ਸਾਡੇ ਪਿੰਡ ਦੀ ਮੋਟਰ 8 ਫੁੱਟ ਤੇ ਸਾਨੂੰ ਪਾਣੀ ਮਿਲਿਆ ਸੀ, ਤੇ ਹੁਣ ਮੇਰੇ ਵੱਡੇ ਬ੍ਰਦਰ ਨੇ ਪਿੰਡ ਪੋਲਟਰੀ ਫਾਰਮ ਲਾਇਆ, ਤੇ ਉਹ ਪਾਣੀ ਚੰਗਾ ਕੱਢਣ ਵਾਸਤੇ ਉਹਨਾਂ ਨੂੰ ਤਕਰੀਬਨ 550 ਫੁੱਟ ਡੂੰਘਾ ਬੋਰ ਕਰਨਾ ਪਿਆ, ਜਿੱਥੋਂ ਮੁਰਗੀਆਂ ਵਾਸਤੇ ਚੰਗਾ ਪਾਣੀ ਨਿਕਲਿਆ। ਸੋ ਕਿੱਥੇ ਚਲੇ ਗਏ ਅਸੀਂ 30 ਸਾਲਾਂ 'ਚ? ਸਾਨੂੰ ਤਾਂ ਆਜ਼ਾਦ ਹੋਇਆਂ ਨੂੰ 70 ਸਾਲ ਹੋਏ ਨੇ। ਅਸੀਂ ਤਾਰ-ਤਾਰ ਰਿਸ਼ਤੇ ਕਰੀ ਬੈਠੇ ਹਾਂ, ਤਾਰ-ਤਾਰ ਆਪਦੇ ਆਪ ਨੂੰ ਕਰੀ ਬੈਠੇ ਹਾਂ। ਅਸੀਂ ਸਿੰਪਲ ਇਹ ਸੋਚ ਲੈਂਦੇ ਹਾਂ ਕਿ ਸਾਡਾ ਜਵਾਕ, ਸਾਡੀ ਧੀ, ਸਾਡਾ ਪੁੱਤ ਅਮਰੀਕਾ ਜਾਂ ਕੈਨੇਡਾ ਚਲੇ ਗਿਆ ਜਾਂ ਆਸਟ੍ਰੇਲੀਆ ਚਲੇ ਗਿਆ, ਬਾਹਰਲੇ ਮੁਲਕ ਚਲੇ ਗਿਆ, ਹੁਣ ਅਸੀਂ ਸੁੱਖ ਦਾ ਸਾਹ ਲੈ ਲਿਆ। ਕਿਹਦੇ ਸਹਾਰੇ ਕਰਿਆ? ਕੀ ਕਰੂਗਾ? ਜਿਹੜੇ ਬਲੂਰ ਨੂੰ ਤੁਸੀਂ, ਜਿਹੜੇ ਬੱਚੇ ਨੂੰ ਆਪਦੀ ਗੋਦੀ ਚੋਂ ਨਹੀਂ ਨਿਕਲਣ ਦਿੱਤਾ 12 ਸਾਲ ਤੱਕ, ਉਹਨੂੰ 18 ਸਾਲ ਦੇ ਹੁੰਦੇ ਹੀ ਤੁਸੀਂ ਬਾਹਰ ਭੇਜਤਾ, ਚਾਹੇ ਉਹ ਧੀ ਹੈ ਚਾਹੇ ਪੁੱਤ ਹੈ। ਤੋ ਅਸੀਂ ਇੱਥੇ ਮਿਹਨਤ ਕਰਕੇ ਵੀ ਬਹੁਤ ਕੁਝ ਕਰ ਸਕਦੇ ਹਾਂ। ਇੱਥੇ ਮਿਹਨਤ ਕਰਕੇ ਤਾਂ ਦੇਖੋ, ਕਿਉਂ ਗਰਮੀ ਤੋਂ ਡਰ ਗਏ? ਗਰਮੀ ਲਿਆਂਦੀ ਕਿਹਨੇ ਹੈ? ਕਿਉਂ ਠੰਡ ਤੋਂ ਡਰ ਗਏ? ਹਵਾ ਚੱਲਦੀ ਠੰਡੀ ਕਿਉਂ ਹੈ? ਕਿਉਂਕਿ ਤੁਸੀਂ ਦਰਖਤ ਪੱਟਦੇ, ਤੁਹਾਡੀਆਂ ਫਸਲਾਂ 'ਚ ਤੁਸੀਂ ਜ਼ਹਿਰਾਂ ਪਾਤੀਆਂ, ਤੁਹਾਨੂੰ ਕੈਂਸਰ ਹੋਣ ਲੱਗ ਗਿਆ, ਤੁਹਾਡੇ ਦੰਦ ਟੁੱਟਣ ਲੱਗ ਗਏ, ਤੁਹਾਡੀਆਂ ਢੂਹੀਆਂ ਦੁਖਣ ਲੱਗ ਗਈਆਂ, ਕਿਉਂਕਿ ਤੁਹਾਡੀਆਂ ਖੁਰਾਕਾਂ ਨਹੀਂ ਰਹੀਆਂ। ਖੁਰਾਕ ਇਹ ਨਹੀਂ ਕਿ ਤੁਸੀਂ ਭੁੱਖੇ ਮਰਨ ਲੱਗ ਗਏ, ਪਰ ਤੁਸੀਂ ਉਹ ਨਹੀਂ ਖਾਂਦੇ ਜਿਸ ਮਿੱਟੀ 'ਚੋਂ ਜਿਹੜੀ ਚੀਜ਼ ਤੁਹਾਨੂੰ ਤੁਹਾਡੀ ਮਾਂ ਦਿੰਦੀ ਹੈ, ਉਹ ਤੁਸੀਂ ਖਾਣੋਂ ਹਟ ਗਏ, ਤੁਸੀਂ ਬਾਹਰੋਂ ਲਿਆਉਣ ਲੱਗ ਗਏ। ਇੱਕ ਜਿਹੜੀ ਮਤਰੇਈ ਮਾਂ ਆ, ਧਰਤੀ ਤਾਂ
ਕੈਨੇਡਾ ਦੀ ਵੀ ਮੇਰੀ ਮਾਂ ਆ, ਕਿਉਂਕਿ ਉਹ ਧਰਤੀ ਹੈ, ਪਰ ਉਹ ਮੇਰੀ ਮਤਰੇਈ ਹੈ। ਮੇਰੀ ਆਪ ਦੀ ਤਾਂ ਪੰਜਾਬ ਦੀ ਧਰਤੀ ਹੈ। ਅਸੀਂ ਕੈਨੇਡਾ ਦੇ ਪੀਜ਼ੇ 버ਗਰ ਖਾਣ ਲੱਗ ਗਏ, ਅਸੀਂ ਇਟਲੀ ਦੇ ਪੀਜ਼ੇ 버ਗਰ ਖਾਣ ਲੱਗ ਗਏ, ਅਸੀਂ ਆਪ ਦੇ ਜਿਹੜੇ ਤਿਲਾਂ ਦੇ ਲੱਡੂ ਗੁੜ ਨਾਲ ਬਣਾ ਕੇ ਸਿਆਲਾਂ 'ਚ ਬੇਬੇ ਦਿੰਦੀ ਹੁੰਦੀ ਸੀ ਉਹ ਭੁੱਲ ਗਏ। ਉਹਨਾਂ ਚੀਜ਼ਾਂ ਵੱਲ ਸਾਨੂੰ ਮੁੜਨਾ ਹੀ ਪੈਣਾ। ਜੇ ਪੰਜਾਬ ਨੂੰ ਬਚਾਉਣਾ, ਅਸੀਂ ਆਪਦੀ ਇਨਸਾਨੀਅਤ ਨੂੰ ਬਚਾਉਣਾ, ਸਾਨੂੰ ਉੱਥੇ ਮੁੜਨਾ ਹੀ ਪੈਣਾ, ਉੱਥੇ ਆਉਣਾ ਹੀ ਪੈਣਾ। ਬਸ ਉਹਦੇ ਵਾਸਤੇ ਆ। ਮੈਨੂੰ ਸਭ ਤੋਂ ਵੱਡਾ ਦੁੱਖ ਭੈਣ ਮੇਰੀ ਇਹ ਹੈ ਕਿ ਇੰਨਾ ਸਮਾਂ ਹੋ ਗਿਆ ਸਾਨੂੰ ਕਾਲੇ ਕਾਨੂੰਨ ਪਾਸ ਹੋਇਆਂ ਦਾ। ਠੀਕ ਹੈ, ਸਰਕਾਰ ਨੇ ਮੈਂ ਕਹਿੰਦਾ 200% ਸਾਡੇ ਨਾਲ ਧੱਕਾ ਕੀਤਾ। ਕਾਨੂੰਨ ਗਲਤ ਨੇ, ਕਿਸਾਨਾਂ ਦੇ ਖਿਲਾਫ ਨੇ। ਪੰਜਾਬ ਦੇ ਕਿਸਾਨਾਂ ਦੀ ਮੈਂ ਗੱਲ ਕਰਾਂ ਤਾਂ 2000% ਸਾਡੇ ਖਿਲਾਫ ਨੇ। ਪਰ ਕਿਸੇ ਕਿਸਾਨ ਨੇ, ਕਿਸਾਨ ਜਥੇਬੰਦੀ ਨੇ, ਕਿਸਾਨ ਦੇ ਲੀਡਰ ਨੇ, ਸਾਡੇ ਪੰਜਾਬੀਆਂ ਨੇ, ਕਿਸੇ ਵਿਦੇਸ਼ੀ ਨੇ, ਕਿਸੇ ਦੇਸੀ ਨੇ ਸਾਡੇ ਨਾਲ ਕਦੇ ਇਹ ਗੱਲ ਕੀਤੀ ਹੈ ਵੀ ਜੇ ਕਾਨੂੰਨ ਪਾਸ ਹੋ ਹੀ ਗਏ, ਸਰਕਾਰ ਨੇ ਧੱਕਾ ਕਰਕੇ ਕਰਤੇ ਤਾਂ ਲਾਗੂ ਵੀ ਕਰੂ। ਜੇ ਪਾਸ ਕਰਤੇ ਤਾਂ ਲਾਗੂ ਵੀ ਹੋ ਜਾਣਗੇ। ਜੇ ਲਾਗੂ ਹੋ ਗਏ ਤਾਂ ਸਾਡਾ ਕੀ ਹਾਲ ਹੈ? ਇਸ ਚੀਜ਼ ਤੋਂ ਬਚਣ ਵਾਸਤੇ ਕੀ ਕਰਨਾ? ਕਦੇ ਕਿਸੇ ਨੇ ਕੁਝ ਨਹੀਂ ਕੀਤਾ। ਉਸ ਵੱਲ ਸੋਚਿਆ ਹੀ ਨਹੀਂ, ਬਿਲਕੁਲ ਸੋਚਿਆ। ਹੌਬੀ ਧਾਲੀਵਾਲ ਜੀ, ਇੱਕ ਨਵਾਂ ਮੁੱਦਾ ਉੱਠ ਰਿਹਾ ਹੈ। ਸਾਨੂੰ ਪਤਾ ਹੈ ਸਾਡੇ ਅੰਨਦਾਤਾ, ਸਾਡੇ ਕਿਸਾਨ ਕਦ ਤੋਂ ਗਰਮੀ ਹੋਵੇ ਸਰਦੀ ਹੋਵੇ ਉਹ ਦਿੱਲੀ ਬਾਰਡਰ ਤੇ ਜਾਂ ਕਿਸੇ ਕਿਤੇ ਬੈਠੇ ਹੋਏ ਨੇ, ਉਹ ਧਰਨੇ ਦੇ ਰਹੇ ਨੇ, ਚਾਹੇ ਅਸੀਂ ਚੰਡੀਗੜ੍ਹ ਬਾਰਡਰ ਕਹੀਏ, ਚਾਹੇ ਪੰਜਾਬ ਬਾਰਡਰ ਕਹੀਏ, ਚਾਹੇ ਹਰਿਆਣਾ ਬਾਰਡਰ ਕਹੀਏ। ਉਹ ਆਪਣੇ ਹੱਕਾਂ ਦੀ ਲੜਾਈ ਗਰਮੀ ਸਰਦੀ ਮੀਂਹ ਧੁੱਪ ਦੇਖੇ ਬਿਨਾ, ਪਰਵਾਹ ਕੀਤੇ ਬਿਨਾ ਬੈਠੇ ਨੇ। ਪਰ ਉਹਨਾਂ ਅੰਨਦਾਤਾ, ਉਹਨਾਂ ਕਿਸਾਨਾਂ ਦੇ ਆਗੂਆਂ ਵਿੱਚੋਂ ਵੀ ਕੁਝ ਇਹੋ ਜਿਹੇ ਨੇ ਜਿਹੜੇ ਹੁਣ ਇਹ ਕਹਿੰਦੇ ਨੇ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਾਨੂੰ ਭਾਗ ਲੈਣਾ ਚਾਹੀਦਾ ਹੈ, ਤੇ ਕਈ ਕਹਿੰਦੇ ਨੇ ਕਿ ਨਹੀਂ, ਜਿਹੜਾ ਹੈ ਕਿਸਾਨ ਜੱਟ ਤਾਂ ਜ਼ਮੀਂਦਾਰੀ ਤੱਕ ਹੈ, ਸਾਡਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ। ਤੁਸੀਂ ਕੀ ਕਹੋਗੇ ਇਸ ਬਾਰੇ? ਤੁਹਾਡੇ ਕੀ ਵਿਚਾਰ ਨੇ? ਮੇਰੇ ਘਰ ਦੀਆਂ 10-15 ਵੋਟਾਂ ਹੁੰਦੀਆਂ ਸੀ। ਮੇਰੀ ਦਾਦੀ ਮਾਂ, ਦਾਦਾ ਜੀ ਦੀ ਬਹੁਤ ਪਹਿਲਾਂ ਡੈਥ ਹੋ ਗਈ ਸੀ। ਦਾਦੀ ਮਾਂ ਸਾਡੀ ਕਿਤੇ ਦਰਵਾਜ਼ੇ ਬੈਠੀ ਹੋਣੀ ਤਾਂ ਕਿਸੇ ਨੇ ਵੋਟਾਂ ਵਾਲੇ ਨੇ ਆਉਣਾ, ਤਾਂ ਉਹਨੇ ਅੰਦਰ ਆ ਕੇ ਸਾਡੇ ਪਾਪਾ ਜੀ ਨੂੰ, ਸਰਦਾਰ ਬਲਬੀਰ ਸਿੰਘ ਨਾਮ ਹੈ ਮੇਰੇ ਫਾਦਰ ਸਾਹਿਬ ਦਾ, ਉਹਨਾਂ ਨੂੰ ਬੀਰੂ ਕਹਿੰਦੇ ਹੁੰਦੇ ਸੀ ਪਿਆਰ ਦੇ ਨਾਲ, ਜਾਂ ਗੋਦੂ। ਤੇ ਉਹਨਾਂ ਨੇ ਆ ਕੇ ਕਹਿਣਾ, ਬੀਰੂ ਅੱਜ ਫਲਾਣਿਆਂ ਦਾ ਭਾਈ ਫਲਾਣਾ ਬੰਦਾ ਆਇਆ ਸੀ, ਵੋਟਾਂ ਨੂੰ ਕਹਿ ਗਿਆ। ਠੀਕ ਹੈ ਬੀਬੇ ਜੀ, ਤੇ ਕਿਹਨੂੰ ਪਾਉਣੀ ਹੈ? ਉਹਨਾਂ ਨੂੰ ਦਾਦਾ ਜੀ ਦੀ ਡੈਥ ਹੋਣ ਕਰਕੇ ਸਾਰਾ ਪਰਿਵਾਰ ਦੇ ਬੱਚੇ ਉਹਨਾਂ ਨੂੰ ਚਾਚੀ ਜੀ ਕਹਿੰਦੇ ਸੀ। ਪਾਪਾ ਜੀ ਵੀ ਆਪਦੇ ਮਦਰ ਨੂੰ ਚਾਚੀ ਜੀ ਕਹਿੰਦੇ ਸੀਗੇ। ਤਾਂ ਚਾਚੀ ਵੋਟ ਕਿਹਨਾਂ ਨੂੰ ਪਾਉਣੀ ਹੈ? ਫਿਰ ਐਤਕੀ ਭਾਈ ਆਪਾਂ ਗਊ ਬੱਚੇ ਨੂੰ ਪਾ ਦੇਣੀ ਹੈ। ਉਦੋਂ ਗਊ ਬੱਚਾ ਕਾਂਗਰਸ ਦਾ ਉਹ ਹੁੰਦਾ ਸੀਗਾ। ਇਹ ਮੇਰਾ ਇਹ ਨਹੀਂ ਕਿ ਅਸੀਂ ਕਾਂਗਰਸੀ ਹਾਂ, ਪਰ ਇਸ ਕਰਕੇ ਕਿ ਇੱਕ ਮਤਲਬ ਕਹਾਵਤ ਨੂੰ, ਗੱਲ ਨੂੰ ਪੂਰਾ ਕਰਨ ਵਾਸਤੇ ਮੈਂ ਗੱਲ ਕੀਤੀ ਹੈ ਕਿ ਵੀ ਉਹਨੂੰ ਪਾ ਦੇਣੀ ਆ। ਤੇ ਸਾਰੀਆਂ ਵੋਟਾਂ ਉੱਥੇ ਪੈਂਦੀਆਂ ਸੀ। ਹੁਣ ਮੈਂ ਸੱਚ ਗੱਲ ਆਪਦੇ ਘਰ ਦੀ ਗੱਲ ਕਰਾਂ ਤਾਂ ਮੇਰੀ ਵਾਈਫ ਮੈਨੂੰ ਨਹੀਂ ਦੱਸਦੀ ਵੀ ਵੋਟ ਕਿਹਨੂੰ ਪਾ ਕੇ ਆਈ ਹੈ। ਮੇਰਾ ਪੁੱਛਣ ਦਾ ਹੱਕ ਨਹੀਂ, ਪਰ ਸਾਡੇ ਪਿਆਰ 'ਚ ਫਰਕ ਪੈ ਗਿਆ। ਪਿਆਰ 'ਚ ਵੀ ਨਹੀਂ ਫਰਕ ਪਿਆ, ਸਾਡੇ ਹਰ ਚੀਜ਼ ਦਾ ਅਸੀਂ ਜਿਹੜਾ ਹੱਲ ਹੈ ਉਹ ਸਰਕਾਰ ਤੋਂ ਭਾਲਦੇ ਹਾਂ, ਸਿਆਸਤ ਦੇ ਰਾਹੀਂ ਭਾਲਦੇ ਹਾਂ। ਮੇਰੀ ਲੜਾਈ, ਮੇਰੀ ਮੱਝ ਗਵਾਚ ਗਈ ਤਾਂ ਉੱਥੇ 2 ਸਿਆਸੀ ਬੰਦੇ ਆ ਜਾਂਦੇ ਨੇ। ਮੇਰੀ ਕਿਸੇ ਨਾਲ ਲੜਾਈ ਹੋ ਗਈ, ਥਾਣੇ 'ਚ 2 ਸਿਆਸੀ ਬੰਦੇ ਆ ਜਾਂਦੇ ਨੇ। ਸਾਡੇ ਪਿੰਡ ਦੀ ਬੀਹੀ ਪੱਕੀ ਹੋਣੀ ਆ, ਗੁਆਂਢੀ ਪਿੰਡ ਦੇ 2 ਸਿਆਸੀ ਬੰਦੇ ਆ ਜਾਂਦੇ ਨੇ। ਸਾਡੇ ਪਿੰਡ ਦੀ ਕਿਸੇ ਧੀ ਪੁੱਤ ਦਾ ਕੋਈ ਮੈਰਿਟਲ ਅਫੇਅਰ ਦੇ ਵਿੱਚ ਕੋਈ ਰੌਲਾ ਪੈ ਗਿਆ, ਇਲਾਕੇ ਦੇ ਸਿਆਸੀ ਬੰਦੇ ਆ ਜਾਂਦੇ ਨੇ। ਯਾਰ ਹਰ ਮੁਸ਼ਕਲ ਦਾ ਹੱਲ ਸਿਰਫ ਸਿਆਸੀ ਲੋਕ ਨੇ, ਸਿਰਫ ਵੋਟਾਂ ਨੇ। ਮੈਨੂੰ ਇਹ ਮੇਰੀ ਸਮਝ ਤੋਂ ਉੱਤੋਂ ਨਿਕਲ ਜਾਂਦੀ ਹੈ। ਮੈਂ ਬਹੁਤ ਆਪਦੇ ਆਪ ਤੋਂ ਪੁੱਛਦਾ ਹੁੰਦਾ ਕਈ ਵਾਰੀ ਵੀ ਕੀ ਹੱਲ ਸਿਰਫ ਵੋਟਾਂ ਨੇ? ਕੀ ਹੱਲ ਸਿਰਫ ਸਿਆਸਤ ਹੈ? ਕੋਈ ਕਹਿੰਦਾ ਅਸੀਂ ਆਹ ਪਾਰਟੀ ਬਣਾ ਲਈ, ਕੋਈ ਕਹਿੰਦਾ ਅਸੀਂ ਆਪਾਂ ਉਹ ਪਾਰਟੀ ਬਣਾ ਲਈ, ਕੋਈ ਐਤਕੀ ਇਹਨੂੰ ਵੋਟਾਂ ਪਾਵਾਂਗੇ, ਕੋਈ ਕਹਿੰਦਾ ਇਹਦੀ ਸਰਕਾਰ ਪੱਕੀ ਹੈ, ਕੋਈ ਕਹਿੰਦਾ ਇਹਨੂੰ ਟੁੱਟ ਜਾਾਂਗੇ, ਇਹਨੂੰ ਹੋ ਜਾਊਗਾ। ਹੋਰ ਕੋਈ ਗੱਲ ਹੀ ਨਹੀਂ ਕਦੇ। ਇਹ ਤਾਂ ਮੈਂ ਕਿਸੇ ਪਰਿਵਾਰ 'ਚ ਇਹ ਨਹੀਂ ਸੋਚਿਆ ਵੀ ਇਹ ਚਾਚਾ ਜੀ ਦਾ ਪੁੱਤ ਨੂੰ ਮੈਂ ਕਹਾਂ ਵੀ ਤੂੰ ਆ ਜਾ ਵੀਰੇ, ਆਪਾਂ ਰਲ ਕੇ ਐਤਕੀ ਖੇਤੀ ਕਰਕੇ ਆ ਟਰੈਕਟਰ ਸਾਂਝਾ ਲੈ ਲੈਂਦੇ ਆ, ਜਾਂ ਸਾਂਝੀ ਟਰਾਲੀ ਬਣਾ ਲੈਂਦੇ ਆ, ਜਾਂ ਤੇਰੇ ਕੋਲੇ ਮੋਟਰਾਂ ਵੱਧ ਨੇ ਮੈਨੂੰ ਖਾਲਾ ਪਾ ਦੇ, ਜਾਂ ਖਾਲ 'ਚੋਂ ਮੈਨੂੰ ਪਾਣੀ ਦੇ ਦੇ। ਇਹੋ ਜਿਹੀ ਸਿਆਸਤ ਤਾਂ ਗੱਲਾਂ ਮੈਂ ਕਦੇ ਸੁਣੀਆਂ ਹੀ ਨਹੀਂ। ਮੈਂ ਕਿਸੇ ਦੇ ਕੜਾਹੀ ਚੜ੍ਹਦੀ ਤਾਂ ਵਿਆਹ 'ਚ ਦੇਖੀ ਨਹੀਂ। ਦੁੱਧ ਤਾਂ ਗੁਆਂਢੀਆਂ ਦੇ ਗਿਫਟ ਦੇ ਤੌਰ ਤੇ ਆਉਂਦਾ ਦੇਖਿਆ ਹੀ ਨਹੀਂ। ਹਾਂ, ਵੋਟਾਂ ਦਾ ਸੁਨੇਹਾ ਪਹਿਲਾਂ ਆ ਜਾਂਦਾ। ਉਹ ਸੁਨੇਹਾ ਆ ਜਾਂਦਾ ਵੀ ਫਲਾਣਾ MLA ਭਾਈ, ਫਲਾਣੀ
ਪਿੰਡ 'ਚ ਉਹ ਰੱਖ ਰਹੇ ਨੇ। ਐ ਵੀ ਤੜਕੀ ਇੱਕ ਬੱਸ ਆ ਕੇ ਖੜ ਜਾਂਦੀ ਹੈ, ਚਾਹੇ ਪਿੰਡ ਸਾਡਾ ਛੋਟਾ ਜਿਹਾ, ਚਾਹੇ ਮਿੰਨੀ ਬੱਸ ਹੀ ਆਵੇ, ਆ ਜਾਂਦੀ ਆ ਵੀ ਇਹ ਧਨੌਲੇ ਫੋਰ ਐਗਜ਼ਾਮਪਲ, ਵੀ ਉਹ ਧਨੌਲਾ ਦੂਜੇ ਪਾਸੇ ਵੀ ਉੱਥੇ ਇੱਕ ਰੈਲੀ ਤੇ ਚੱਲੇ ਨੇ। ਕਾਹਦੇ ਵਾਸਤੇ, ਕਿਉਂ? ਮੈਨੂੰ ਲੱਗਦਾ 60-70% ਲੋਕ ਤਾਂ ਸਾਡੀਆਂ ਜਿਹੜੀਆਂ ਸੜਕਾਂ ਤੇ ਫਿਰਦੇ ਨੇ ਉਹ ਭੋਗਾਂ ਤੇ, ਵਿਆਹਾਂ ਤੇ, ਇੰਨਾ ਕੰਮਾਂ ਤੇ, ਫਲਾਣੇ ਦਾ ਰੌਲਾ ਪੈ ਗਿਆ ਚਲੋ ਚੱਲੀਏ, 8 ਜਣੇ ਚੱਲ ਪੈਂਦੇ ਨੇ, ਫਿਰ ਉਹ ਇਹਨਾਂ ਚੀਜ਼ਾਂ ਤੇ ਫਿਰਦੇ ਨੇ। ਹੋਰ ਤਾਂ ਕੋਈ ਮੈਨੂੰ ਨਹੀਂ ਲੱਗਦਾ ਕੋਈ ਚੰਗੇ ਕੰਮਾਂ ਵਾਸਤੇ। ਆਪ ਦੇ ਪਰਿਵਾਰ ਦੀ ਤਰੱਕੀ, ਆਪ ਦੇ ਵਿਛੜੇ ਹੋਏ ਪਰਿਵਾਰਾਂ ਨੂੰ ਜੋੜਨ ਵਾਸਤੇ, ਆਪ ਦੇ ਪਰਿਵਾਰਾਂ ਨੂੰ ਜੋੜ ਕੇ ਇੱਕ ਤਰੱਕੀ ਵੱਲ ਨੂੰ ਤੋਰਨ ਦੇ ਰਾਹ ਵਾਸਤੇ ਤਾਂ ਮੇਰਾ ਖਿਆਲ ਨਹੀਂ ਕੋਈ ਨਿਕਲਦਾ। ਮੈਂ ਵੀ ਨਹੀਂ ਨਿਕਲਦਾ ਉਹਨਾਂ ਚੋਂ, ਮੈਂ ਵੀ ਇੱਕ ਮੋਹਰ ਹੀ ਹਾਂ। ਪਾਪੀ ਤਾਂ ਮੈਂ ਵੀ ਬਹੁਤ ਵੱਡਾ, ਮੈਂ ਵੀ ਨਹੀਂ ਨਿਕਲਦਾ, ਮੈਂ ਵੀ ਆਪ ਮੁਹਾਰੇ ਆਪ ਦੇ ਵਾਸਤੇ ਨਿਕਲਦਾ। ਮੇਰਾ ਚਿੱਤ ਕੀਤਾ ਮੈਂ ਬਲਵਿੰਦਰ ਵੀਰ ਦੇ ਘਰੇ ਆਵਾਂ ਤੇ ਮੈਂ ਆਇਆ, ਮੈਂ ਆਪਦੇ ਮਤਲਬ ਨੂੰ ਆਇਆ, ਪਰ ਮੇਰੇ ਦਿਲ 'ਚ ਉਹ ਵੀ ਮੈਂ ਬਲਵਿੰਦਰ ਬਿਨਾਂ ਮੇਰੀ ਜਾਨ ਨਿਕਲਦੀ ਹੈ, ਉਹ ਨਹੀਂ ਸੀਗਾ। ਤੇ ਹੁਣ ਮੈਂ ਬੈਠਾ ਇਹਦੇ ਘਰੇ, ਭਰਾ ਆ ਮੇਰਾ, ਉਹਨੂੰ ਵੀ ਚਾਅ ਆ, ਮੈਨੂੰ ਵੀ ਚਾਅ ਆ, ਪਰ ਉਹ ਜਿਹੜਾ ਅੰਦਰੂਨੀ ਰਿਸ਼ਤਾ ਸੀ, ਜਿਹੜਾ ਕਸੀਸ ਸੀਗੀ, ਉਹ ਕਿਰਦਾਰ ਸੀ ਸਾਡਾ, ਉਹ ਕਿਤੇ ਨਾ ਕਿਤੇ ਮਿਸ ਕਰਕੇ ਆ ਸੀ, ਉਹ ਸਾਡੇ ਚੋਂ ਨਿਕਲ ਗਿਆ। ਉਹ ਕਿਰਦਾਰ ਸਾਨੂੰ ਲਿਆਉਣਾ ਪੈਣਾ ਭੈਣ ਮੇਰੀ। ਜਿੰਨਾ ਚਿਰ ਉਹ ਨਹੀਂ ਆਉਂਦਾ ਉਹਨਾਂ ਚਿਰ ਸਿਆਸਤ ਨਹੀਂ ਨਿਕਲਦੀ, ਜਿੰਨਾ ਚਿਰ ਸਾਡੇ ਘਰਾਂ ਚੋਂ ਸਿਆਸਤ ਨਹੀਂ ਨਿਕਲਦੀ ਉਦੋਂ ਤੱਕ ਅਸੀਂ ਜਵਾਕ ਦੇ ਜੰਮਣ ਤੋਂ ਮਰਨ ਤੱਕ, ਸਿਵਿਆਂ ਤੱਕ ਸਿਰਫ ਸਿਆਸਤਾਂ ਕਰਾਂਗੇ। ਮਤਲਬ ਮਰਨ ਤੇ ਵੀ ਅਸੀਂ ਸਿਆਸਤ ਐਸੀ ਕਰਦੇ ਹਾਂ, ਓਏ ਇਹਦੇ ਪੁਰੇ ਵੱਲ ਨੂੰ ਪੈਰ ਕਰਦੇ, ਦੂਜਾ ਕਹੂਗਾ ਪੱਛੋਂ ਵੱਲ ਨੂੰ ਕਰਦੇ, ਉਹ ਮੂੰਹ 'ਚ ਪਾ ਦੇ ਘਿਓ, ਨਹੀਂ ਛਾਤੀ ਤੇ ਪਾ ਦੇ, ਉਹ ਲੱਕੜ ਵੱਡੀ ਇੱਧਰ ਰੱਖ ਲਾ। ਉਹ ਯਾਰ ਫੂਕ ਤਾਂ ਉਹਨੂੰ, ਉਹ ਵਿਚਾਰਾ ਮਰ ਗਿਆ ਇੱਕ ਪਰਿਵਾਰ ਦਾ ਜੀ, ਉਹਨਾਂ ਨੂੰ ਸ਼ਾਂਤੀ ਨਾਲ ਆਪ ਦੇ ਹਿਸਾਬ ਨਾਲ ਉਹਦਾ ਸੰਸਕਾਰ ਤਾਂ ਕਰ ਲੈਣ ਦਿਓ ਯਾਰ। ਪਾਥੀਆਂ ਇੱਧਰ ਲਾ, ਹਵਾ ਇੱਧਰ ਲਿਆ, ਫਿਰ ਮੇਰੇ ਵਰਗਾ ਤਮਾਸ਼ਬੀਨ ਪਿੱਛੇ ਖੜਾ ਹੁੰਦਾ ਚਾਹੇ ਚੁੱਪ ਕਰਕੇ, ਕਿਉਂਕਿ ਮੇਰਾ ਨੇੜੇ ਦਾ ਰਿਸ਼ਤਾ ਨਹੀਂ ਨਾ ਹੁੰਦਾ, ਮੈਂ ਤਾਂ ਸਿਆਸਤ ਕਰਨ ਗਿਆ ਹੋਇਆ ਉੱਥੇ। ਫਿਰ ਹੌਲੀ ਦਿਨ ਅੱਡੀਆਂ ਚੱਕ ਕੇ ਐਂ ਜੇ ਕਰਕੇ ਕਹਿਣਗੇ ਚੜ ਗਈ ਅੱਗ ਤਾਂ ਚੜ ਗਈ, ਬਸ ਇੰਨਾ ਹੀ ਹੁੰਦਾ। ਫਿਰ ਹੱਥ ਧੋ ਕੇ ਆ ਜਾਂਦੇ ਨੇ, ਉਹ ਦਿਖਾਉਣਗੇ, ਦਿਖਾਵਾਂਗੇ। ਸਾਡੇ ਉਹੀ ਹੌਬੀ ਢਾਲੀਵਾਲ 30 ਸਾਲ ਪਹਿਲਾਂ ਸਾਡੇ ਘਰਾਂ 'ਚ ਵਿਆਹ ਹੁੰਦਾ ਸੀ, ਚਾਅ ਚੜ ਜਾਣਾ, ਕਈ ਕੁਛ ਕਰਨਾ ਤੇ 7 ਦਿਨ ਵਿਆਹ ਚੱਲਣਾ। ਹੁਣ ਇੱਕ ਦਿਨ 'ਚ 7 ਮੁਕਾ ਕੇ ਆ ਜਾਂਦੇ, ਨਾਲੇ ਸ਼ਾਮ ਨੂੰ ਫੇਰ ਘਰੇ ਆਪਦੀ ਰੋਟੀ ਬ੍ਰੇਕਫਾਸਟ ਕਰਕੇ ਜਾਂਦੇ, ਡਿਨਰ ਫੇਰ ਆਪਦੇ ਘਰੇ। ਬਿਲਕੁਲ ਬਿਲਕੁਲ ਜੀ, ਬਿਲਕੁਲ। ਹੌਬੀ ਜੀ, ਕਿਉਂ ਨਾ ਤੁਹਾਡੇ ਕਿਸਾਨੀ ਅੰਦੋਲਨ 'ਚ ਸਾਡਾ ਜਿਹੜਾ ਹਿੱਸਾ ਹੈ ਉਹਦੀ ਕੁਝ ਝਲਕ ਦੇਖੀਏ। ਜ਼ਰੂਰ ਦੇਖੋ। ਕਿਸਾਨਾਂ ਦੀ ਜਿੱਦ ਨਹੀਂ ਹੈ, ਕਿਸਾਨਾਂ ਦੀ ਜਿੱਦ ਨਹੀਂ ਹੈ, ਕਿਸਾਨਾਂ ਦਾ ਹੱਕ ਹੈ। ਐਂਡ ਕਾਨੂੰਨ ਕਾਲੇ ਨੇ। ਅਮੈਂਡਮੈਂਟ ਜਦੋਂ ਮਰਜ਼ੀ ਤੁਸੀਂ, ਅੱਜ ਅਮੈਂਡਮੈਂਟ ਕੀਤੀ ਵਿਦਆਊਟ ਐਨੀ ਪ੍ਰਾਇਰ ਇਨਫੋਰਮੇਸ਼ਨ, ਪਹਿਲਾਂ ਦੱਸੇ ਤੋਂ ਬਿਨਾਂ, ਉਹ ਅਮੈਂਡਮੈਂਟ ਕੈਂਸਲ ਕੀਤੀ ਜਾ ਸਕਦੀ ਆ। ਕਾਨੂੰਨ ਕੈਂਸਲ ਹੋਏ ਤਾਂ ਉਹ ਦੁਬਾਰਾ ਬਣਾਉਣ ਵਾਸਤੇ ਬੜਾ ਵੱਡਾ ਵਿੱਢ ਵੱਢਣਾ ਪੈਣਾ, ਇਹ ਉਹਨੂੰ ਮੋਦੀ ਨੂੰ ਵੀ ਪਤਾ। ਸੋ ਮੋਦੀ ਸਾਹਿਬ, ਇਹ ਕਾਨੂੰਨ ਕਾਲੇ ਨੇ, ਅਗੇਂਸਟ ਨੇ, ਰੱਦ ਕਰੋ। ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜੇ ਤਾਂ ਜ਼ਿੰਦਗੀ ਰਹਿੰਦੀ ਜ਼ਿੰਦਗੀ ਮੈਂ ਉਹਨਾਂ ਦੇ ਚਰਨ ਧੋ ਕੇ ਪੀਵੀ ਜਾਵਾਂ, ਉਹ ਘੱਟ ਹੈ। ਤੁਹਾਡਾ ਦੇਣ ਕਦੇ ਨਹੀਂ ਦੇ ਸਕਦੇ, ਸੱਚਾਈ ਹੈ। ਇੰਗਲਿਸ਼ ਦੀ ਇੱਕ ਕਹਾਵਤ ਹੈ ਜਿਹਦਾ ਅਰਥ ਹੈ ਕਿ ਸੋਚੋ ਚੰਗਾ, ਬਹੁਤ ਚੰਗਾ, ਸਿਖਰ ਦਾ ਚੰਗਾ, ਪਰ ਬਹੁਤ ਮਾੜੇ ਲਈ ਤਿਆਰ ਰਹੋ। ਥਿੰਕ ਦ ਬੈਸਟ ਬਟ ਬੀ ਪ੍ਰੀਪੇਅਰ ਫॉर ਦ ਵਰਸਟ। ਸੋ ਜ਼ਿੰਦਗੀ ਦੇ ਵਿੱਚ ਸੰਘਰਸ਼ ਜਾਰੀ ਹੈ, ਅਰਦਾਸ ਵੀ ਹੈ ਤੇ ਤੁਹਾਡੇ ਤੇ ਯਕੀਨ ਵੀ ਹੈ ਕਿ ਤੁਸੀਂ ਜਿੱਤੋਗੇ, ਅਸੀਂ ਜਿੱਤਾਂਗੇ, ਕਿਸਾਨ ਜਿੱਤਣਗੇ। ਵਾਹ ਜੀ ਵਾਹ, ਬਹੁਤ ਵਧੀਆ। ਹੌਬੀ ਜੀ, ਜਿਵੇਂ ਤੁਸੀਂ ਹੁਣੇ ਮੇਰੇ ਨਾਲ ਗੱਲਾਂ 'ਚ ਦੱਸ ਰਹੇ ਸੀ, ਆਪਣੇ ਦਰਸ਼ਕਾਂ ਨੂੰ ਵੀ ਜਾਣਕਾਰੀ ਦੇ ਰਹੇ ਸੀ ਕਿ ਜੋ ਵੀ ਆਮ ਬੰਦੇ ਦੀ ਜ਼ਿੰਦਗੀ 'ਚ ਵੀ ਹੁੰਦਾ ਹੈ, ਠੀਕ ਹੈ, ਚਾਹੇ ਉਹ ਜਨਮ ਹੋਵੇ ਚਾਹੇ ਮਰਨ ਹੋਵੇ, ਉਹ ਕਿਤੇ ਨਾ ਕਿਤੇ ਪੰਜਾਬ ਦੀ ਕਹਿ ਲਓ ਜਾਂ ਦੇਸ਼ ਦੀ ਸਿਆਸਤ ਜ਼ਿੰਮੇਦਾਰ ਹੈ। ਤੇ ਜੇ ਮੈਂ ਕਹਾਂ ਕਿ ਹੌਬੀ ਧਾਲੀਵਾਲ ਇੱਕ ਗਾਇਕ, ਅਦਾਕਾਰ ਤੋਂ ਬਾਅਦ ਕੀ ਸਿਆਸਤ ਵਿੱਚ ਵਿਅਕਤੀਗਤ ਦਿਲਚਸਪੀ ਰੱਖੇਗਾ? ਹੌਬੀ ਸਿਆਸਤ ਦੇ ਵਿੱਚ ਆਏਗਾ ਨਹੀਂ, ਮੈਨੂੰ ਪਤਾ ਨਹੀਂ। ਮੈਨੂੰ ਹੁਣ ਆਪਣਾ ਆਪ ਦਿਸਣੋਂ ਹਟ ਗਿਆ ਇੱਥੇ ਕਿ ਮੈਨੂੰ ਲੋਕ ਦੇਖ ਸਕ ਰਹੇ ਨੇ, ਮੈਨੂੰ ਇਹ ਨਹੀਂ ਪਤਾ। ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ ਕਲੀਅਰ ਆ ਰਹੀ ਹੈ। ਮੈਂ ਸਿਆਸਤ ਦੇ ਵਿੱਚ ਕਿਸੇ ਭੈਣ ਭਰਾ ਦੀ ਮਦਦ ਵਾਸਤੇ ਜ਼ਰੂਰ ਆਊਂਗਾ। ਕਿਸੇ ਪਾਰਟੀ ਵਿਸ਼ੇਸ਼ ਕਰਕੇ ਮੈਂ ਆਊਂਗਾ ਨਹੀਂ।
ਕਿਸੇ ਮੈਨੂੰ ਇਉਂ ਲੱਗਦਾ, ਮੈਂ ਕਈ ਵਾਰ ਸੋਚਦਾ ਕਿ ਮੇਰਾ ਇੱਕ ਬਹੁਤ ਅੱਛਾ ਦੋਸਤ ਹੈ, ਉਹ ਸ਼ਾਇਦ ਅਕਾਲੀ ਦਲ 'ਚ ਖੜਾ ਹੋਵੇ ਬਠਿੰਡੇ 'ਚ, ਬਟ ਮੇਰਾ ਦੂਸਰਾ ਬਹੁਤ ਅੱਛਾ ਦੋਸਤ ਹੈ, ਉਹ ਮਲੇਰਕੋਟਲੇ ਤੋਂ ਕਾਂਗਰਸ 'ਚ ਖੜਾ ਹੋਵੇ। ਮੇਰਾ ਇੱਕ ਦੋਸਤ ਹੈ ਬਹੁਤ ਅੱਛਾ, ਉਹ ਸੰਗਰੂਰ ਦੀ ਕਿਸੇ ਹੋਰ ਸੀਟ ਤੋਂ ਆਮ ਆਦਮੀ ਤੋਂ ਖੜਾ ਹੋਵੇ। ਇੱਕ ਹੋਰ ਦੋਸਤ ਹੈ, ਮੈਂ ਉਸ ਇਨਸਾਨ ਦੀ ਗੱਲ ਕਰੂੰਗਾ ਤਾਂ ਬਦੋ ਬਦੀ ਸਟੇਜ ਤੇ ਖੜ ਕੇ, ਮੰਚ ਤੇ ਖੜ ਕੇ ਮੈਨੂੰ ਉਸ ਪਾਰਟੀ ਦੀ ਵੀ ਗੱਲ ਕਰਨੀ ਪੈਣੀ ਹੈ। ਜੇ ਮੈਂ ਕਾਂਗਰਸ ਦੇ ਇੱਕ ਕੈਂਡੀਡੇਟ ਦੀ ਮਦਦ ਕਰਨ ਆਇਆ, ਕਾਂਗਰਸ ਬਾਰੇ ਵੀ ਮੈਨੂੰ ਤਾਰੀਫ ਕਰਨੀ ਬਣਦੀ ਹੈ, ਉਹ ਇੱਕ ਸੁਭਾਵਿਕ ਹੈ। ਬਟ ਕੀ ਮੈਂ ਅਗਲੇ ਦਿਨ ਕਿਸੇ ਅਕਾਲੀ ਦਲ ਦੇ ਬੰਦੇ ਦੀ ਸਪੋਰਟ ਕਰਨ ਜਾ ਸਕਦਾ? ਕਿਉਂਕਿ ਅਸੀਂ ਪਾਰਟੀਆਂ ਦੀ ਸਪੋਰਟ ਕਰਨ ਲੱਗ ਗਏ ਆ। ਅਸੀਂ ਜਿਹੜੇ ਕੈਂਡੀਡੇਟਸ ਨੇ, ਇਨਸਾਨਾਂ ਦੀ ਸਪੋਰਟ ਕਰਨੋਂ ਹਟ ਗਏ ਆ। ਇਹ ਸਮਝਣਾ ਪਊਗਾ ਤਾਂ ਹੀ ਅਸੀਂ ਚੰਗੇ ਲੋਕਾਂ ਨੂੰ ਅੱਗੇ ਲਿਆ ਸਕਦੇ ਹਾਂ। ਮੇਰਾ ਇੱਕ ਦੋਸਤ ਮੰਨ ਲਓ ਅਕਾਲੀ ਦਲ ਦਾ ਕੈਂਡੀਡੇਟ ਹੈ, ਪਰ ਉਹਦੇ ਨਾਲ ਦੀ ਕਨਸਟੀਚੁਐਂਸੀ 'ਚ ਅਕਾਲੀ ਦਲ ਦਾ ਬੰਦਾ ਚੰਗਾ ਨਹੀਂ ਹੈ, ਤੇ ਮੈਂ ਉਹਦੀ ਸਪੋਰਟ ਵਾਸਤੇ ਕਿਉਂ ਜਾਵਾਂ? ਤੇ ਮੈਂ ਉੱਥੇ ਕਾਂਗਰਸ ਵਾਲੇ ਬੰਦੇ ਦੀ ਸਪੋਰਟ ਕਰਨ ਜਾਵਾਂ, ਲੋਕ ਮੇਰੇ ਜੁੱਤੀਆਂ ਮਾਰਨਗੇ ਵੀ ਉੱਥੇ ਤਾਂ ਅਕਾਲੀ ਦਾ, ਇੱਥੇ ਕਾਂਗਰਸ ਦਾ। ਇਹ ਲੋਕ ਕਦੋਂ ਸਮਝਣਗੇ ਕਿ ਇਹ ਸਹੀ ਬੰਦੇ ਦੀ ਸਪੋਰਟ ਵਾਸਤੇ ਬਾਹਰ ਆਇਆ ਹੋਇਆ, ਇਹ ਉਹ ਬੰਦਾ ਉੱਥੇ ਅਕਾਲੀਆਂ ਦਾ ਚੰਗਾ, ਇੱਥੇ ਕਾਂਗਰਸ ਦਾ ਚੰਗਾ। ਤਾਂ ਅਸੀਂ ਮਤਲਬ ਸਾਡੀ ਇੱਕ ਸਭ ਕੁਛ ਹੈ, ਸਮਝ ਹੈ ਸਾਨੂੰ, ਸਾਡੇ ਕੋਲੇ ਚੀਜ਼ਾਂ ਬਹੁਤ ਆ ਗਈਆਂ, ਫੋਨ ਆ ਗਏ, ਇੰਟਰਨੈਟ ਆ ਗਿਆ, ਸਭ ਕੁਛ ਸਾਨੂੰ ਪਤਾ ਹੈ, ਬਟ ਅਸੀਂ ਜਜਮੈਂਟਲ ਵੀ ਹੋ ਗਏ ਆ। ਅਸੀਂ ਤੁਰੇ ਜਾਂਦੇ ਬੰਦੇ ਤੇ ਕਮੈਂਟ ਕਰਨ ਲੱਗਿਆ ਮਿੰਟ ਨਹੀਂ ਲਾਉਂਦੇ, ਪਤਾ ਨਹੀਂ ਲੱਗਦਾ ਹੁੰਦਾ ਕਿ ਚਿੱਟੇ ਕੱਪੜੇ ਪਾਈ ਜਾਂਦਾ, ਇਹ ਨਹਾ ਕੇ ਆਇਆ, ਇਹ ਕਚਹਿਰੀ ਚੱਲਿਆ, ਇਹ ਭੋਗ ਤੇ ਚੱਲਿਆ, ਜਾਂ ਇਹ ਵਿਆਹ ਤੇ ਚੱਲਿਆ, ਜਾਂ ਇਹ ਕਿਸੇ ਮਰਗ ਤੇ ਚੱਲਿਆ। ਨਹੀਂ, ਉਹ ਮੰਨਦੇ ਆ ਜੋ ਅਸੀਂ ਕਹਿੰਦੇ ਆ ਵੀ ਹਾਂ ਇਹ ਭੋਗ ਤੇ ਚੱਲਿਆ, ਚਾਹੇ ਉਹ ਕਚਹਿਰੀ ਜਾ ਰਿਹਾ ਹੋਵੇ। ਅਸੀਂ ਜਜਮੈਂਟਲ ਹੋ ਗਏ ਆ। ਕਮੀਆਂ ਸਾਡੇ 'ਚ ਨੇ, ਕਮੀਆਂ ਬਹੁਤ ਸਾਰੀਆਂ ਸਾਡੇ 'ਚ ਨੇ। ਮੈਂ ਕਹਿੰਦਾ ਕਿ ਮੈਂ ਤਹਿ ਦਿਲੋਂ ਰੂਹੋਂ ਕਿਸਾਨਾਂ ਦੇ ਨਾਲ ਸੀ, ਕਿਸਾਨਾਂ ਦੇ ਨਾਲ ਹਾਂ, ਕਿਸਾਨਾਂ ਦੀ ਜਿੱਤ ਵਾਸਤੇ ਹਮੇਸ਼ਾ ਅਰਦਾਸ ਕਰਾਂਗਾ ਤੇ ਨਾਲ ਖੜਾਂਗਾ। ਹਾਂਜੀ। ਪਰ ਜੇ ਉੱਥੇ ਸਿਆਸਤ ਕਰਕੇ ਜਿਹੜਾ ਇਕੱਠ ਤੁਸੀਂ ਦੇਖਿਆ, ਇਹ ਇਕੱਠ ਘਟ ਗਿਆ, ਉਹ ਗਰਮੀ ਕਰਕੇ, ਕੰਮਾਂ ਕਰਕੇ, ਨਿਰਾਸ਼ਾ ਕਰਕੇ, ਸਰਕਾਰ ਦੀਆਂ ਵਧੀਕੀਆਂ ਕਰਕੇ, ਸਮੇਂ ਦੀ ਘਾਟ ਕਰਕੇ, ਪੈਸਿਆਂ ਕਰਕੇ, ਲੋਕਾਂ ਦੇ ਜਨੂਨ ਕਰਕੇ ਘਟਿਆ ਜਾਂ ਨਹੀਂ ਘਟਿਆ, ਕੋਈ ਵੀ ਕਾਰਨ ਰਿਹਾ ਹੋਵੇ, ਹਾਂ ਸਿਆਸੀਕਰਨ ਕਰਕੇ ਬਹੁਤ ਜ਼ਿਆਦਾ ਫਰਕ ਪਿਆ। ਉਹਦਾ ਮੇਨ ਕਾਰਨ ਸਿਆਸਤ ਸੀ। ਕਿਸੇ ਨੇ ਮੰਨਣੀ ਨਹੀਂ ਇਹ ਕਿ ਹਾਂ ਉੱਥੇ ਸਿਆਸੀਕਰਨ ਕੀ ਹੋਇਆ ਸੀ। ਓਏ ਸਿਆਸੀਕਰਨ ਨੂੰ ਅਸੀਂ ਕੀ ਕਰਤਾ? ਓਏ ਮੈਂ ਹਰ ਗੱਲ ਦਾ ਜਵਾਬ ਦੇ ਸਕਦਾ, ਪਰ ਮੈਂ ਲੜਨਾ ਨਹੀਂ ਚਾਹੁੰਦਾ, ਮੈਂ ਲੜ ਨਹੀਂ ਸਕਦਾ। ਤਰਕ ਦੇ ਹਿਸਾਬ ਨਾਲ ਮੈਂ ਗੱਲ ਕਰ ਸਕਦਾ। ਬਿਲਕੁਲ। ਹੌਬੀ ਜੀ, ਹੁਣ ਅਗਰ ਅਸੀਂ ਤੁਹਾਡੀ ਥੋੜੀ ਪਰਸਨਲ ਲਾਈਫ ਵੱਲ ਆ ਜਾਈਏ ਤਾਂ ਮੇਰੀ ਜਾਣਕਾਰੀ ਮੁਤਾਬਕ ਤੁਹਾਡੀ ਜੀਵਨ ਸਾਥਣ, ਤੁਹਾਡੀ ਪਤਨੀ ਲਾਲੀ ਧਾਲੀਵਾਲ ਜੀ, ਇੱਕ ਬਹੁਤ ਵੱਡੇ ਤੇ ਨਾਮੀ ਫੈਸ਼ਨ ਡਿਜ਼ਾਈਨਰ ਨੇ, ਤੇ ਤੁਹਾਡੇ ਕੁੜਤੇ ਤੇ ਲੱਗੇ ਉਹ ਕਫਲਿੰਗਸ ਜਾਂ ਸੋਨੇ ਦੇ ਬਟਨ ਕੀ ਉਹਨਾਂ ਦੀ ਕਾਰਡ ਹੈ? ਜੀ, ਮੇਰੀ ਧਰਮ ਪਤਨੀ ਦੇ ਵਿੱਚ ਫੋਨ ਆ ਰਿਹਾ, ਲਿਲੀ ਨੂੰ ਫੋਨ ਕਰ ਦਿਓ, ਮੈਂ ਲਾਈਨ ਤੇ ਆ। ਪਹਿਲੀ ਗੱਲ ਤਾਂ ਜੀ, ਲਾਲੀ ਨਹੀਂ, ਮੇਰੀ ਘਰ ਵਾਲੀ ਦਾ ਨਾਮ ਲਿਲੀ ਹੈ, ਲਿਲੀ ਧਾਲੀਵਾਲ। ਹਾਂਜੀ, ਲਿਲੀ ਧਾਲੀਵਾਲ। ਹਾਂਜੀ, ਪੰਜਾਬੀ ਦੀ ਬਹੁਤ ਪਿਆਰੀ ਕਹਾਵਤ ਹੈ ਕਿ ਔਰਤ ਦਾ ਕੋਈ ਘਰ ਨਹੀਂ ਹੁੰਦਾ, ਪਰ ਔਰਤ ਬਾਝੋਂ ਘਰ ਨਹੀਂ ਹੁੰਦਾ। ਤੁਸੀਂ ਜਿਹੜੇ ਮਰਜ਼ੀ ਮੁਲਕ ਦੇ ਖੂੰਜੇ 'ਚ ਮੈਨੂੰ ਮਿਲਣ ਵਾਸਤੇ ਆ ਰਹੇ ਹੋ, ਤੁਸੀਂ ਇਹੀ ਪੁੱਛੋਗੇ, ਇਹੀ ਲੋਕ ਦੱਸਣਗੇ, ਇਹੀ ਲੋਕ ਜਾਣਨਗੇ ਕਿ ਹੌਬੀ ਦਾ ਘਰ ਕਿੱਥੇ ਹੈ। ਹੌਬੀ ਧਾਲੀਵਾਲ ਦੇ ਘਰ ਜਾਣਾ, ਉਹ ਕਹਿਣਗੇ ਜੀ ਆ ਬੀਹੀ ਮੁੜ ਜੋ, ਨਵਾਂ ਘਰ ਹੈ। ਤੁਸੀਂ ਕਦੇ ਵੀ ਲਿਲੀ ਦਾ ਘਰ ਨਹੀਂ ਆਓਗੇ। ਪਰ ਦੂਜੇ ਪਾਸੇ ਗੱਲ ਇਹ ਹੈ ਕਿ ਮੇਰੇ ਘਰ ਦਾ ਹਰ ਕੋਨਾ, ਹਰ ਸ਼ੈ ਹੈ ਜਿਹੜਾ ਮੇਰੇ ਘਰ ਦੀ ਬੰਦਿਸ਼ ਹੈ, ਉਹ ਲਿਲੀ ਦੀ ਹੈ। ਸੋ ਔਰਤ ਦਾ ਕੋਈ ਘਰ ਨਹੀਂ ਹੁੰਦਾ, ਪਰ ਔਰਤ ਬਾਝੋਂ ਘਰ ਨਹੀਂ ਹੁੰਦਾ। ਮੈਂ ਜੋ ਵੀ ਮੇਰਾ ਲਿਬਾਸ ਆ, ਜੋ ਮੇਰੀ ਬੋਲੀ ਹੈ, ਜਿੱਦਾਂ ਮੈਂ ਵਰਤਦਾ, ਜਿਹਦੇ ਨਾਲ ਮੈਂ ਵਰਤਦਾ, ਉਹਦੇ ਵਿੱਚ ਬਹੁਤ ਵੱਡਾ ਹੱਥ ਮੇਰੀ ਵਾਈਫ ਦਾ ਹੈ। ਬਹੁਤ ਵਧੀਆ ਜੀ। ਹੌਬੀ ਜੀ, ਜਿੱਥੇ ਹੁਣ ਅਸੀਂ ਔਰਤ ਦੀ ਗੱਲ ਕਰ ਰਹੇ ਸੀ, ਤੇ ਇਹ ਕਹਾਵਤ ਵੀ ਹੈ ਤੇ ਕਿਹਾ ਵੀ ਜ਼ਿਆਦਾਤਰ ਇਹ ਜਾਂਦਾ ਕਿ ਇੱਕ ਕਾਮਯਾਬ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਕੀ ਇਹ ਗੱਲ ਤੁਹਾਡੇ ਲਈ ਸੱਚ ਹੈ?
ਕਿ ਤੁਹਾਡੇ ਕਾਮਯਾਬੀ ਦੇ ਪਿੱਛੇ ਔਰਤ ਹੈ, ਮਾਂ, ਪਤਨੀ, ਬੇਟੀ? ਮੈਂ ਬਹੁਤ ਭਾਗਾਂ ਵਾਲਾ ਜੀ, ਬਹੁਤ ਮੇਰੇ ਤੇ ਕਿਰਪਾ ਕੀਤੀ ਆ ਉਸ ਮਾਲਕ ਸੱਚੇ ਪਾਤਸ਼ਾਹ ਨੇ, ਹਮੇਸ਼ਾ ਹੀ ਰਹੇ। ਮੈਨੂੰ ਜੰਮਿਆ ਇੱਕ ਮਾਂ ਨੇ, ਮੈਨੂੰ ਪਾਲਿਆ 6 ਮਾਵਾਂ ਨੇ। ਵਾਹ ਜੀ ਵਾਹ। ਮੇਰੀ ਭੈਣ ਮੇਰੇ ਤੋਂ ਵੱਡੀ ਹੈ, ਵਿਆਹੀ ਗਈ, ਪਰ ਅੱਜ ਵੀ ਉਹਦੇ ਘਰ ਦੇ ਸਵੇਰ ਸ਼ਾਮ ਜਿਹੜੇ ਪਾਠ ਹੁੰਦੇ ਨੇ ਉਹਨਾਂ ਦੇ ਵਿੱਚ ਅਰਦਾਸ ਜਿਹੜੀ ਹੁੰਦੀ ਹੈ, ਉਹਦੇ ਚ ਹੌਬੀ ਦੀ ਚੜ੍ਹਦੀ ਕਲਾ ਦੀ ਕਾਮਨਾ ਜ਼ਰੂਰ ਕੀਤੀ ਜਾਂਦੀ ਹੈ। ਮੇਰੀ ਧਰਮ ਪਤਨੀ ਜਦੋਂ ਵੀ ਸੋਚਦੀ ਹੈ ਤਾਂ ਉਹਦੀ ਸੋਚ ਮੇਰੇ ਚੰਗੇ ਲਈ ਸ਼ੁਰੂ ਹੁੰਦੀ ਹੈ ਤੇ ਚੰਗੇ ਤੇ ਹੀ ਖਤਮ ਹੁੰਦੀ ਹੈ। ਸਭ ਤੋਂ ਵੱਡੀ ਗੱਲ, ਮੇਰੇ ਮਦਰ ਇਨ ਲਾ, ਮੇਰੀ ਸੱਸ ਮਾਂ, ਮੇਰੀ ਘਰ ਵਾਲੀ, 3 ਭੈਣਾਂ ਨੇ ਤੇ ਲਿਲੀ ਸਭ ਤੋਂ ਛੋਟੀ ਹੈ। ਮੇਰੀ ਮਾਂ ਦੀ ਫੁਲਵਾੜੀ ਹੈ, ਵੱਡੀ ਡੇਜ਼ੀ, ਰੋਜ਼ ਤੇ ਲਿਲੀ। ਮੈਂ ਕਿਹਾ ਜੇ ਪੁੱਤ ਹੁੰਦਾ ਤੇ ਗੁਲਾਬ ਸਿਉਂ ਨਾ ਹੋਣਾ ਸੀ। ਤੇ ਉਹ ਬੇਬੇ ਦੀ ਫੁਲਵਾੜੀ ਹੈ ਸਾਡੀ ਉਹ। ਬਿਲਕੁਲ ਜੀ ਬਿਲਕੁਲ। ਬੇਬੇ ਪਿਛਲੇ 20 ਸਾਲ ਤੋਂ ਮੇਰੇ ਘਰ ਹੀ ਰਹਿੰਦੇ ਨੇ, ਮੇਰੇ ਨਾਲ ਹੀ ਰਹਿ ਰਹੇ ਨੇ। ਸੋ ਉਹਨਾਂ ਦੇ ਵੀ ਸਵੇਰੇ ਸ਼ਾਮ ਮੈਂ ਕਹਿਣਾ ਹੁੰਦਾ ਕਿ ਜੇ ਮਾਂ ਹੋਵੇ ਤਾਂ ਮੇਰੀ ਸੱਸ ਵਰਗੀ ਜ਼ਰੂਰ ਹੋਵੇ। ਵਾਹ ਜੀ, ਬਹੁਤ ਪਿਆਰੀ ਔਰਤ ਹੈ। ਸ਼ੀ ਇਜ਼ 96 ਸਾਲ ਦੇ ਨੇ ਤੇ ਇੱਕ ਵੀ ਬੱਟੀ ਨਹੀਂ ਖਾਂਦੇ, ਕੋਈ ਬਿਮਾਰੀ ਨਹੀਂ, ਉਹਨਾਂ ਨੂੰ ਤੁਰੇ ਫਿਰਦੇ ਨੇ ਤੇ ਹਰ ਵੇਲੇ ਉਹਨਾਂ ਦੀਆਂ ਦੁਆਵਾਂ ਦੇ ਵਿੱਚ ਹੌਬੀ ਦਾ ਨਾਮ ਬੋਲਦਾ ਰਹਿੰਦਾ। ਤੇ ਮੇਰੇ ਵਾਸਤੇ ਇੰਨੀਆਂ ਦੁਆਵਾਂ ਨੇ ਤੇ ਮੇਰੇ ਪਿੱਛੇ, ਮੇਰੀ ਕਾਮਯਾਬੀ ਪਿੱਛੇ ਮੇਰੀ ਵਾਈਫ ਨਹੀਂ, ਮੇਰੀ ਬੇਟੀ ਵੀ ਹੈ, ਸੁਹਬ ਵੜੈਚ, ਮਿਸਿਸ ਸੁਹਬ ਵੜੈਚ ਹੈ, ਉਹਦੀਆਂ ਵੀ ਦੁਆਵਾਂ ਨੇ ਮੇਰੇ ਪਿੱਛੇ। ਸੋ ਮੈਨੂੰ ਯੈਸ, ਮੈਂ ਬਲੈਸਡ ਹੈ ਕਿ ਬਹੁਤ ਸਾਰੀਆਂ ਔਰਤਾਂ ਨੇ, ਮਾਂ ਵੀ, ਸਾਸੂ ਮਾਂ ਵੀ, ਪਤਨੀ ਵੀ, ਭੈਣ ਵੀ ਤੇ ਬੇਟੀ ਵੀ। ਵਾਹ ਜੀ ਵਾਹ, ਬਹੁਤ ਕਿਸਮਤ ਤੇ ਧਨੀ ਹੋ ਤੁਸੀਂ। ਮੇਰੀ ਭਾਬੀ ਵੀ, ਮੇਰੇ ਬ੍ਰਦਰ ਵੱਡੇ ਨੇ ਮੇਰੇ ਤੋਂ, ਵੀਰ ਜੀ ਨੇ, ਮੈਂ ਭਾਬੀ ਜੀ ਦੇ ਪੈਰੀ ਹੱਥ ਲਾਉਣਾ। ਉਹ ਮੇਰਾ ਖਿਆਲ ਅਮਿਤੇਸ਼ਵਰ, ਮੇਰਾ ਭਤੀਜਾ ਸਕਾ, ਉਹਨੂੰ ਉਹਨਾਂ ਘੁੱਟ ਕੇ ਪਿਆਰ ਨਹੀਂ ਕਰਦੇ ਜਿੰਨਾ ਮੈਨੂੰ ਕਰਦੇ ਨੇ। ਵਾਹ ਜੀ ਵਾਹ। 10-20 ਦਿਨ ਕਿਤੇ ਗੱਲ ਨਾ ਹੋਵੇ, ਫਿਰ 21ਵੇਂ ਦਿਨ ਨਾਲੇ ਸਿਰ 'ਚ ਚਪੇੜ ਮਾਰਦੇ ਨੇ, ਨਾਲੇ ਰੋ ਪੈਂਦੇ ਨੇ ਵੀ ਮਿਲਿਆ ਨਹੀਂ। ਬਿਲਕੁਲ, ਭਾਬੀ ਵੀ ਮਾਵਾਂ ਵਰਗੇ ਹੁੰਦੇ ਨੇ ਜੀ। ਬਿਲਕੁਲ, ਬਹੁਤ ਵਧੀਆ, ਬਹੁਤ ਕਿਸਮਤ ਵਾਲੇ ਹੋ ਤੁਸੀਂ, ਜਿਹੜਾ ਇੰਨਾ ਪਿਆਰ, ਇੰਨਾ ਸਤਿਕਾਰ ਔਰ ਇੰਨੇ ਦੁਆ ਕਰਨ ਵਾਲੇ ਤੁਹਾਡੇ ਨਾਲ ਲੋਕ ਨੇ। ਹੌਬੀ ਜੀ, ਹੁਣ ਜੇ ਅਸੀਂ ਗੱਲ ਕਰੀਏ ਤਾਂ ਮੈਂ ਕਹਾਂਗੀ ਕਿ ਤੁਹਾਡੇ ਜਿਹੜੇ ਕਫਲਿੰਗਸ ਦੀ ਆਪਾਂ ਗੱਲ ਕਰ ਰਹੇ ਸੀ, ਇਹਦੇ ਨਾਲ ਇੱਕ ਕਿੱਸਾ ਵੀ ਜੁੜਿਆ ਹੋਇਆ ਹੈ। ਤੁਸੀਂ ਬਹੁਤ ਵਧੀਆ ਇਨਸਾਨ ਹੋ, ਆਪਣੀ ਜੜ੍ਹਾਂ ਨਾਲ ਜੁੜੇ ਹੋ, ਔਰ ਉਹ ਇਨਸਾਨ ਹੋ ਜਿਹੜਾ ਸ਼ਾਇਦ ਇੱਕ ਗਾਇਕ ਹੋ ਕੇ ਦੂਸਰੇ ਗਾਇਕ ਲਈ ਦੀ ਤਾਰੀਫ ਲਈ ਉਹਨੇ ਆਪਣੇ ਕਫਲਿੰਗਸ ਸੋਨੇ ਦੇ ਉਤਾਰ ਕੇ ਉਹਨੂੰ ਦਿੱਤੇ, ਜਾਂ ਜੇ ਮੈਂ ਕਹਾਂ ਇੱਕ ਅਦਾਕਾਰ ਹੋ ਤਾਂ ਤੁਹਾਡੇ ਦੂਜੇ ਅਦਾਕਾਰਾਂ ਲਈ ਵੀ ਇੱਜ਼ਤ, ਤੁਸੀਂ ਬਹੁਤ ਉਹਨਾਂ ਨੂੰ ਇੱਜ਼ਤ ਮਾਣ ਦਿੰਦੇ ਹੋ, ਜਿਨ੍ਹਾਂ ਦੀ ਤੁਹਾਨੂੰ ਪਸੰਦ ਆਉਂਦੀ ਹੈ। ਬਹੁਤ ਵੱਡੀ ਗੱਲ ਹੈ ਆਪਣੇ ਆਪ ਵਿੱਚ। ਸਭ ਤੋਂ ਪਹਿਲਾਂ ਤਾਂ ਭੈਣ ਮੇਰੀ, ਮੈਂ ਤੁਹਾਡੇ ਚੈਨਲ ਦੇ ਰਾਹੀਂ ਉਸ ਪਰਿਵਾਰ ਤੋਂ, ਦਿਲਜਾਨ ਦੀ ਫੈਮਿਲੀ ਦਾ ਕੋਈ ਵੀ ਮੈਂਬਰ ਇਸ ਗੱਲ ਨੂੰ ਸੁਣ ਰਿਹਾ, ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਦਿਲਜਾਨ ਦੇ ਮਰਨ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਕੋਲੇ ਨਹੀਂ ਪਹੁੰਚ ਸਕਿਆ। ਮੈਨੂੰ ਅਫਸੋਸ ਹੈ। ਦਿਲਜਾਨ ਬੇਹੱਦ ਪਿਆਰਾ ਇਨਸਾਨ ਸੀ, ਬਹੁਤ ਖੂਬਸੂਰਤ ਗਾਇਕ ਸੀ, ਬਹੁਤ ਪਿਆਰਾ ਇਨਸਾਨ ਵੀ ਸੀ। ਮੈਂ ਉਹਨੂੰ ਬਹੁਤ ਵੱਡੇ ਸੀ ਸੁਪਨੇ ਪਰੋਏ ਸੀ। ਦਿਲਜਾਨ ਦਾ ਇੱਕ ਮੈਨੂੰ ਗਾਣਾ ਵੀ ਉਹਨੇ ਭੇਜਿਆ ਹੋਇਆ ਰਿਕਾਰਡ ਕਰਕੇ ਕਿ ਭਾਜੀ ਤੁਹਾਡੀ ਫਿਲਮ ਵਾਸਤੇ ਫ੍ਰੀ ਗਾਣਾ ਮੈਂ ਗਾਊਂਗਾ, ਪਰ ਉਹ ਡੰਮੀ ਹੈ, ਉਹ ਵਿੱਚ ਹੀ ਰਹਿ ਗਿਆ। ਮੈਨੂੰ ਅਫਸੋਸ ਹੈ, ਪਰ ਮੈਨੂੰ ਇਹ ਚਾਹ ਆ ਕਿ ਮੇਰਾ ਨਾਂ ਉਸ ਇਨਸਾਨ ਨਾਲ ਜੁੜਿਆ। ਮੈਨੂੰ ਮਾਣ ਹੈ, ਮੈਂ ਉਹਨੂੰ ਬਹੁਤ ਪਿਆਰ ਕਰਦਾ ਸੀ। ਮੈਂ ਦੱਸਣਾ ਚਾਹਾਂਗੀ ਆਪਣੇ ਦਰਸ਼ਕਾਂ ਨੂੰ ਕਿ ਜੇ ਮੈਂ ਗੱਲ ਕਵਾਂ ਤਾਂ ਅੱਜ ਅਸੀਂ ਵੀ ਇਸ ਚੈਨਲ ਰਾਹੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਤੇ ਯਾਦ ਕਰਦੇ ਹਾਂ ਕਿ ਇੱਕ ਸਟੇਜ ਤੇ ਉਹਨਾਂ ਨੇ ਬਹੁਤ ਵਧੀਆ ਗਾਇਆ ਸੀ ਤੇ ਹੌਬੀ ਧਾਲੀਵਾਲ ਜੀ ਨੇ ਉਸ ਟਾਈਮ ਆਪਣੇ ਕਿਹਾ ਕਿ ਮੇਰੇ ਕੁੜਤੇ ਦੀਆਂ 3 ਜੇਬਾਂ ਨੇ ਪਰ ਉਹ ਤਿੰਨੋਂ ਖਾਲੀ ਨੇ, ਪਰ ਤੂੰ ਇੰਨਾ ਵਧੀਆ ਗਾਇਆ ਕਿ ਮੈਂ ਤੈਨੂੰ ਕੁਝ ਦੇਣਾ ਚਾਹਨਾ। ਤਾਂ ਉਹਨਾਂ ਨੇ ਆਪਣੇ 골ਡ ਦੇ ਕਫਲਿੰਗ, ਸੋਨੇ ਦੇ ਜਿਹੜੇ ਬਟਨ ਹੈ ਕੁੜਤੇ ਦੇ, ਉਤਾਰ ਕੇ ਉਸ ਮੁੰਡੇ ਦੇ ਹੱਥ ਵਿੱਚ ਫੜਾ ਦਿੱਤੇ। ਔਰ ਉਸ ਗੱਲ ਤੇ ਉਹਨਾਂ ਨੇ ਬੜੇ ਭਾਵੁਕ ਹੋ ਕੇ ਦਿਲਜਾਨ ਜੀ ਨੇ ਇਹ ਵੀ ਕਿਹਾ ਕਿ ਰਿਸ਼ਤੇ ਸਿਰਫ ਖੂਨ ਦੇ ਨਹੀਂ ਹੁੰਦੇ, ਰਿਸ਼ਤੇ ਪਿਆਰ ਦੇ ਵੀ ਹੁੰਦੇ ਨੇ। ਮੇਰੇ ਨਾਲ ਉਹਨੇ ਜਿੰਨਾ ਚਿਰ ਜਿਉਂਦਾ ਰਿਹਾ ਨਿਭਾਇਆ ਵੀ ਹੈ, ਮੇਰੇ ਤੋਂ ਨਹੀਂ ਨਿਭਾ ਹੋਇਆ। ਅਸੀਂ ਥੋੜਾ ਜਿਹਾ ਤੁਹਾਡੀ ਇੱਕ ਫਿਲਮ ਦੂਰਬੀਨ 'ਚ ਤੁਸੀਂ ਡੀਐਸਪੀ ਦਾ ਕਿਰਦਾਰ ਨਿਭਾਇਆ ਸੀ, ਅਸੀਂ ਇੱਕ ਛੋਟੀ ਜਿਹੀ ਝਲਕ ਉਹਦੀ ਦੇਖੀ।
ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਰੋਬਤ ਵਾਲਾ ਕਿਰਦਾਰ। ਹੌਬੀ ਜੀ, ਜੇ ਮੈਂ ਤੁਹਾਡੇ ਗੀਤਾਂ ਦੀ ਗੱਲ ਕਰਾਂ ਤਾਂ ਤੁਸੀਂ ਬਹੁਤ ਵਧੀਆ ਗੀਤ ਲਿਖੇ ਤੇ ਗਾਏ। ਮਾਰ ਜਗੀਰੋ ਗੇੜਾ, ਜੱਟ ਵਰਗਾ ਯਾਰ ਨਹੀਂ ਤੇ ਆਉਣਾ, ਸਾਡੇ ਪਿੰਡ ਆਵੀਂ ਤੈਨੂੰ ਚੂਰੀਆਂ ਖਵਾਵਾਂਗੇ, ਤੇ ਕਿਤੇ ਤੁਸੀਂ ਇਹ ਵੀ ਲਿਖਿਆ, ਮੁਲਕ ਦੀ ਵੰਡ ਵੇਲੇ ਜਿਹਨੂੰ ਗਲੋਂ ਵੱਢਿਆ ਸੀ, ਸੂਬਿਆਂ ਦੀ ਵੰਡ ਵੇਲੇ ਜਿਹਨੂੰ ਘਰੋਂ ਕੱਢਿਆ ਸੀ, ਜ਼ਖਮੀ ਉਹ ਮਾਂ ਨੇ ਸਨੇਹਾ ਇੱਕ ਘੱਲਿਆ ਹੈ, ਸਾਂਭ ਲੋ ਪੰਜਾਬ ਨਹੀਂ ਤਾਂ ਤੁਹਾਡੇ ਹੱਥੋਂ ਚੱਲਿਆ ਹੈ। ਬਹੁਤ ਵਧੀਆ। ਤੇ ਇਹ ਜਿਹੜਾ ਤੁਸੀਂ ਹੈ ਕਦੋਂ ਲਿਖਿਆ ਤੇ ਕਿਹੜੇ ਹਾਲਾਤਾਂ 'ਚ ਲਿਖਿਆ? ਤੇ ਮੇਰਾ ਦੂਸਰਾ ਹੀ ਇਸ ਨਾਲ ਪ੍ਰਸ਼ਨ ਇਹ ਵੀ ਆਉਂਦਾ ਹੈ ਕਿ ਹੌਬੀ ਜੀ, ਅੱਜ ਕਿਸਾਨ ਵੀ ਜਿਵੇਂ ਬੈਠੇ ਨੇ ਕਿ ਅੱਜ ਵੀ ਹੌਬੀ ਧਾਲੀਵਾਲ ਦੀ ਕਲਮ 'ਚੋਂ ਕੁਝ ਲਿਖਿਆ ਗਿਆ ਹੈ? ਕਦੋਂ ਲਿਖਿਆ ਤੇ ਕਿੰਨਾ ਹਾਲਾਤਾਂ 'ਚ ਲਿਖਿਆ ਨਹੀਂ ਮੈਨੂੰ ਪਤਾ, ਪਰ ਮੈਂ ਕਿਸਾਨਾਂ ਵਾਸਤੇ ਕੁਝ ਨਹੀਂ ਲਿਖ ਸਕਿਆ ਹਾਲੇ ਤੱਕ, ਕਿਉਂਕਿ ਮੈਨੂੰ ਹੁਣ ਔੜਦੀਆਂ ਨਹੀਂ, ਮੈਨੂੰ ਔੜਦਾ ਨਹੀਂ, ਮੈਂ ਲਿਖਦਾ ਨਹੀਂ। ਮੇਰੇ ਤੋਂ ਜਦੋਂ ਕਲਮ ਚੱਲਦੀ ਹੈ, ਮੈਨੂੰ ਪਾਉਣ ਆਉਂਦੀ ਹੈ ਤਾਂ ਮੈਂ ਲਿਖ ਜਾਂਦਾ, ਪਰ ਮੈਨੂੰ ਐਸਾ ਮੈਂ ਕੋਈ ਝੂਠ ਨਹੀਂ ਬੋਲਿਆ ਕਿ ਮੈਂ ਕਿਸਾਨਾਂ ਵਾਸਤੇ ਕਦੇ ਕੁਝ ਲਿਖ ਨਹੀਂ ਸਕਿਆ। ਸੱਚਾਈ ਇਹ ਹੈ। ਪਰ ਮੈਨੂੰ, ਮੈਂ ਕਿਵੇਂ ਕਹਾਂ ਕਿ ਹੜ ਹੋਏ ਰੱਬਾ ਕਿਸੇ ਮੁਲਕ ਦੇ ਸਿਆਸਤਦਾਨ ਦੇ ਦਿਮਾਗ 'ਚ ਪਾ ਦੇ ਕਿ ਕਿਸਾਨ ਨੇ ਇਹ ਮਿੱਟੀ ਦੀ ਹਿੱਕ ਦੇ ਵਿੱਚ ਮਿੱਟੀ ਹੋ ਕੇ ਕੁਛ ਉਗਾਉਂਦੇ ਨੇ, ਜੇ ਉਹਦਾ ਸਹੀ ਮੁੱਲ ਨਾ ਪਿਆ ਇਹ ਫਾਹਾ ਲੈ ਕੇ ਮਰ ਜਾਂਦੇ ਨੇ। ਇਹਨਾਂ ਨੂੰ ਵੀ ਸੋਝੀ ਦੇ ਕਿ ਇਹ ਓਨਾ ਹੀ ਉਗਾਉਣ, ਓਨਾ ਹੀ ਖਾਣ ਤੇ ਓਨਾ ਹੀ ਖਰਚਣ ਜਿੰਨਾ ਧਰਤੀ ਇਹਨਾਂ ਨੂੰ ਦਿੰਦੀ ਹੈ, ਕਰਜ਼ੇ ਨਾ ਲੈਣ। ਮੈਂ ਕਿਸੇ ਕਾਰਨ ਕਰਕੇ ਇੱਕ ਕੰਪਨੀ ਨੂੰ, ਜਦੋਂ ਸੋਲਰ ਦਾ ਰੌਲਾ ਪਿਆ ਸੀ, ਸੱਚਾ ਸੀ ਜਾਂ ਝੂਠਾ ਸੀ, ਮੈਂ ਪੰਜਾਬ ਦੇ ਤਕਰੀਬਨ 234 ਕਿਸਾਨਾਂ ਦੀਆਂ ਫਰਦਾਂ ਨੂੰ ਚੈੱਕ ਕੀਤਾ, ਕਿਉਂਕਿ ਉਹਨਾਂ ਨੇ ਸੋਲਰ ਲਾਉਣਾ ਸੀ ਖੇਤਾਂ ਦੇ ਵਿੱਚ, ਤੇ ਮੈਂ ਸੋਲਰ ਪੈਨਲਸ ਵਾਲੀ ਕੰਪਨੀ ਨੂੰ ਜੁਆਇਨ ਕੀਤਾ ਸੀ ਕਿ ਮੈਂ ਲਵਾਉਂਗਾ। ਉਹਨਾਂ ਨੇ ਮੈਨੂੰ ਕੁਝ ਪੈਸੇ ਦੇਣੇ ਸੀ। ਸਿਰਫ 2 ਕਿਸਾਨ ਸੀ ਜਿਨ੍ਹਾਂ ਦੀ ਫਰਦ ਬਿਲਕੁਲ ਸਾਫ਼ ਸੀ, ਨਹੀਂ ਤਾਂ ਲਾਲ ਲਕੀਰਾਂ ਨਾਲ ਭਰੀ ਪਈ ਸੀ, ਤੇ ਤਕਰੀਬਨ ਐਵਰੇਜ ਇੱਕ ਕਿਸਾਨ ਤੇ, ਮੈਂ ਐਕਸੈਪਸ਼ਨਲ ਕੇਸ ਹੋਊਗਾ, ਲਗਭਗ ਹਰ ਕਿਸਾਨ ਤੇ ਇਸ ਵੇਲੇ ਜ਼ਮੀਨ ਦੇ ਨਾਲ, ਜਿਹੜਾ ਸਿਰਫ ਖੇਤੀ ਕਰਦਾ, ਕੋਈ ਹੋਰ ਧੰਦਾ ਨਹੀਂ ਹੈ, ਉਸ ਕਿਸਾਨ ਦੇ ਉੱਤੇ ਤਕਰੀਬਨ 2 ਲੱਖ ਰੁਪਏ ਦਾ ਕਰਜ਼ਾ ਹੈ 1 ਏਕੜ ਤੇ 2 ਲੱਖ ਰੁਪਏ ਤੇ ਵਿਆਜ 12,000 ਹੋ ਗਿਆ। ਜੇ ਰੱਬ ਦੀ ਪੂਰੀ ਮਿਹਰ ਹੋਵੇ ਤਾਂ 60,000 ਰੁਪਇਆ ਬਚਦਾ, 12 ਤਾਂ ਇਹ ਨਿਕਲ ਗਿਆ। ਤੁਸੀਂ ਜਿਹੜਾ ਮੂਲ ਧਨ ਹੈ, ਜਿਹੜਾ 2 ਲੱਖ ਰੁਪਏ, ਉਹ ਕਿਵੇਂ, ਕਦੋਂ ਮੋੜਨਾ, ਉਹ ਕਿੱਥੋਂ ਮੋੜਨਾ, ਉਹ ਤੁਸੀਂ ਕਿਉਂ ਲੈ ਲਿਆ ਉਹ ਕਰਜ਼ਾ? ਹੁਣ ਵੀ ਸੰਭਲ ਜੋ, ਕੋਆਪਰੇਟਿਵ ਖੇਤੀ ਵੱਲ ਨੂੰ ਆ ਜਾਓ, ਹੁਣ ਵੀ ਆਪਦੇ ਭਾਈਚਾਰੇ ਦੇ ਨਾਲ ਸਾਂਝਾਂ ਪਾ ਲਓ। ਸਾਨੂੰ 2-2 ਕਿੱਲਿਆਂ ਤੇ 1-1 ਟਰੈਕਟਰ ਨਹੀਂ ਚਾਹੀਦਾ। ਮੈਂ ਇੱਕ ਗੱਲ ਕਰਦਿਆਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਜੇ 100 ਟਰੈਕਟਰ ਚਾਹੀਦਾ ਤਾਂ ਸਾਡੀ ਇੱਕ ਕੰਪਨੀ ਨੇ ਸਰਵੇ ਕੀਤਾ, 516 ਟਰੈਕਟਰ ਨੇ। 516 ਗੁਣਾ ਸਾਡੇ ਕੋਲੇ ਮਸ਼ੀਨਰੀ ਆ ਪੰਜਾਬ ਦੇ ਵਿੱਚ, ਤੇ ਅਸੀਂ ਸਿਰਫ ਉਹ ਇੱਕ ਆਕੜ ਹੈ, ਸਿਰਫ ਉਹ ਇੱਕ ਆਕੜ ਹੈ, ਸਿਰਫ ਇੱਕ ਈਗੋ ਹੈ, ਸਿਰਫ ਉਹ ਇੱਕ ਦਿਖਾਵਾ ਹੈ। ਤੇ ਜ਼ਿੰਦਗੀ 'ਚ ਗਲਤੀਆਂ ਇਨਸਾਨ ਕਰਦਾ, ਮੈਂ ਵੀ ਕੀਤੀਆਂ ਨੇ। ਸੁਧਾਰ ਲਓ, ਸੁਧਰ ਜਾਓ, ਮਾਫੀ ਮੰਗ ਲਓ ਆਪਣੇ ਆਪ ਤੋਂ, ਆਪਦੇ ਪਰਿਵਾਰ ਤੋਂ, ਆਪਦੇ ਇਸ਼ਟ ਤੋਂ, ਆਪਦੇ ਰੱਬ ਤੋਂ, ਆਪਦੀ ਮਿੱਟੀ ਤੋਂ ਮਾਫੀ ਮੰਗ ਲਓ, ਕਿਉਂਕਿ ਮੈਂ ਮਿੱਟੀ ਗਿਰਵੀ ਕਰਕੇ, ਚਾਹੇ ਬੈਂਕ ਕੋਲੇ ਆ, ਉਹਦੇ ਤੇ ਕਰਜ਼ਾ ਲੈ ਲਿਆ। ਤੁਸੀਂ ਸੋਚ ਕੇ ਦੇਖੋ, ਤੁਸੀਂ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਹੈ ਗੱਲ ਸੱਚੀ ਕਿ ਆਪਦੀ ਮਾਂ ਨੂੰ ਗਿਰਵੀ ਧਰ ਕੇ ਤੁਸੀਂ ਪੈਸੇ ਖਰਚ ਲੈਣੇ ਕਿਤੇ ਹੋਰ, ਤੁਸੀਂ ਕਿਵੇਂ ਆਪਦੀ ਮਾਂ ਨੂੰ ਛੁਡਾਓਗੇ? ਤੁਹਾਡੇ ਕੋਲੇ ਕੀ ਹੱਕ ਰਹਿ ਗਏ? ਸੋ ਕਿਸਾਨ ਵੀਰੋ, ਤੁਹਾਡੇ ਮੂਹਰੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਮਿਹਨਤ ਕਰੋ, ਸੱਚੀ ਕਰੋ, ਸੁੱਚੀ ਕਰੋ, ਕਰਜ਼ੇ ਉਤਾਰੋ, ਜ਼ਮੀਨਾਂ ਨਾ ਵੇਚੋ। ਤੁਸੀਂ ਵਾਧੂ ਸੰਦ ਵੜੇਵੇਂ ਨੇ ਜਿਹੜੇ ਉਹ ਵੇਚ ਲਓ, 2 ਮੱਝਾਂ ਆਪਦੀਆਂ ਰੱਖ ਲਓ, 4 ਦਰਖਤ ਖੇਤ ਚ ਲਾ ਲਓ, ਆਪਦੀ ਮੱਝ ਦਾ ਸੰਗਲ ਫੜ ਕੇ, ਰੱਸਾ ਫੜ ਕੇ 10 ਦਿਨ ਲੈ ਜਾਓਗੇ। ਮੱਝ ਵੀ ਹੁਣ ਤਾਂ ਕਹਿੰਦੇ ਮੱਝ ਮੂਹਰੇ ਬੀਨ ਬਜਾਈ ਨਾ ਬਜਾਈ ਇੱਕ ਬਰਾਬਰ ਹੈ, ਪਰ ਹੁਣ ਮੱਝ ਦੇ ਮੂਹਰੇ ਬਜਾਈ ਹੋਈ ਬੀਨ ਉਹ ਚੌਥੇ ਦਿਨ ਆਪਣੇ ਆਪ ਹੀ ਤੁਰ ਪੈਂਦੀਆਂ ਨੇ, ਖੇਤ 'ਚ ਛਾਵੇਂ ਖੜਨਗੀਆਂ। ਨਾਲੇ ਤੁਸੀਂ, ਮੈਂ ਇਹ ਸੋਚਦਾ ਵੀ ਜੇ ਇੱਕ ਕਿਸਾਨ ਨੇ 4 ਜਾਮਣਾ ਆਪਦੇ ਖੇਤ ਲਾ ਲਈਆਂ ਤਾਂ ਸਾਰੇ ਪਿੰਡ ਨੂੰ
ਜਾਮਣਾ ਖਵਾ ਸਕਦਾ। ਜੇ ਕਿਸਾਨ ਨੇ 10 ਅੰਬ ਲਾ ਲਏ ਜਾਂ 10 ਅਮਰੂਦ ਲਾ ਲਏ, ਸਾਰੇ ਪਿੰਡ ਨੂੰ ਖਵਾ ਸਕਦਾ। ਤੇ ਜੇ ਹਰ ਕਿਸਾਨ ਨੇ ਆਪਦੇ ਖੇਤ 'ਚ 20 ਹਾਰਸ ਪਾਵਰ ਦੀ ਮੋਟਰ ਤੇ 10 ਦਰਖਤ ਲਾ ਲਏ ਫਲਦਾਰ, ਤਾਂ ਸੋਚੋ ਕਿੰਨਾ ਫਰੂਟ ਸਾਡੇ ਕੋਲੇ ਆਰਗੈਨਿਕ ਹੋ ਜਾਏਗਾ ਤੇ ਕਿੰਨੀ ਛਾਂ ਹੋ ਜਾਏਗੀ, ਕਿੰਨੀਆਂ ਠੰਡੀਆਂ ਹਵਾਵਾਂ ਚੱਲਣਗੀਆਂ, ਕਿੰਨਾ ਅਪਣੱਤ ਹੋ ਜਾਏਗੀ। ਫਿਰ ਪੰਜਾਬ ਦੀ ਰੂਹਾਨੀਅਤ ਵਾਪਸ ਆਏਗੀ। ਪੰਜਾਬ ਦੇ ਰੰਗ ਬਹੁਤ ਫਿੱਕੇ ਹੋਏ ਨੇ ਭੈਣ ਮੇਰੀਏ, ਬਹੁਤ ਫਿੱਕੇ ਹੋਏ ਨੇ, ਪਰ ਖੁਸ਼ੀ ਦੀ ਗੱਲ ਇਹ ਹੈ ਕਿ ਹਾਲੇ ਮੁੱਕੇ ਨਹੀਂ। ਅਸੀਂ ਉਹਨਾਂ ਨੂੰ ਪੂਰੇ ਕਰ ਸਕਦੇ ਹਾਂ, ਬਸ ਹੰਭਲੇ ਦੀ ਲੋੜ ਹੈ। ਉਹਨੂੰ ਸਿਆਸਤ ਦੇ ਰੰਗ ਨਾਲ ਤੁਸੀਂ ਗੂੜਾ ਕਰਨ ਲੱਗੇ ਹੋਏ ਹੋ। ਉਹ ਇਹ ਨਹੀਂ ਉਹ ਹੋਣਾ, ਉਹ ਕਿਸਾਨੋ, ਉਹ ਪੰਜਾਬੀਓ, ਉਹ ਸਿਆਸਤ ਦੇ ਰੰਗ ਨਾਲ ਉਹ ਰੰਗ ਗੂੜੇ ਨਹੀਂ ਹੋਣੇ। ਉਹ ਤਾਂ ਤੁਹਾਡੇ ਆਪਸੀ ਭਾਈਚਾਰੇ ਨਾਲ, ਇੱਕ ਦੂਜੇ ਤੇ ਵਿਸ਼ਵਾਸ ਕਰਕੇ, ਪਿਆਰ ਦੇ ਨਾਲ, ਰਿਸ਼ਤਿਆਂ ਦੇ ਨਾਲ ਹੀ ਗੂੜੇ ਹੋਣੇ ਨੇ। ਕਿਉਂਕਿ ਰੰਗ ਜਿਹੜੇ ਫਿੱਕੇ ਹੋਏ ਨੇ ਉਹ ਰਿਸ਼ਤਿਆਂ ਦੇ ਹੀ ਹੋਏ ਨੇ, ਕਿਰਦਾਰਾਂ ਦੇ ਹੋਏ ਨੇ। ਬਿਲਕੁਲ ਜੀ, ਸਾਨੂੰ ਪੂਰੀ ਉਮੀਦ ਹੈ ਹੌਬੀ ਜੀ ਕਿ ਉਹ ਦਿਨ ਜ਼ਰੂਰ ਆਏਗਾ ਜਦੋਂ ਸਾਡਾ ਪੰਜਾਬ ਫੇਰ ਸੋਨੇ ਦੀ ਚਿੜੀ ਬਣੇਗਾ ਤੇ ਉਹ ਖੁਸ਼ਹਾਲੀ ਫੇਰ ਜ਼ਰੂਰ ਵਾਪਸ ਆਏਗੀ ਸਾਡੀ ਧਰਤੀ ਤੇ। ਹੌਬੀ ਜੀ, ਹੁਣ ਆਖਰੀ ਸਵਾਲ ਜਾਂਦੇ ਜਾਂਦੇ, ਕਿਉਂਕਿ ਮਨ ਕਰ ਰਿਹਾ ਤੁਹਾਡੇ ਨਾਲ ਗੱਲਾਂ ਕਰੀ ਜਾਈਏ ਬਟ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤੇ ਇੱਕ ਸਵਾਲ ਇਹ ਹੈ ਕਿ ਹੁਣ ਤੱਕ ਤੁਸੀਂ ਬੜੇ ਕਿਰਦਾਰ ਨਿਭਾਏ, ਬਹੁਤ ਵਧੀਆ ਕਿਰਦਾਰ ਨਿਭਾਏ, ਪਰ ਇਹੋ ਜਿਹਾ ਕੋਈ ਕਿਰਦਾਰ ਜੋ ਤੁਸੀਂ ਕਰਨਾ ਚਾਹੁੰਦੇ ਹੋ ਪਰ ਤੁਸੀਂ ਹਾਲੇ ਤੱਕ ਕਰ ਨਹੀਂ ਪਾਏ? ਕਾਮੇਡੀ, ਬਹੁਤ ਵੱਡੀ ਕਾਮੇਡੀ ਕਰਨੀ ਹੈ ਮੈਂ ਸਕਰੀਨ ਤੇ, ਔਰ ਇੱਕ ਭਾਵੁਕਤਾ ਦਾ ਸਿਖਰ ਵਾਲਾ ਰੋਲ ਜਿੱਦਾਂ ਦਾ ਅਮਿਤਾਭ ਬੱਚਨ ਸਾਹਿਬ ਨੇ ਕੀਤਾ ਸੀ ਸਰਕਾਰ ਦੇ ਵਿੱਚ, ਇੱਕ ਉਹ ਰੋਲ ਮੈਂ ਕਰਨਾ ਚਾਹੁੰਦਾ। ਇੱਕ ਮੈਂ ਕਾਮੇਡੀ ਕਰਨੀ ਚਾਹੁੰਦਾ ਜਿੱਦਾਂ ਦੀ ਬਹੁਤ ਸਾਰੇ ਲੋਕਾਂ ਨੇ ਕੀਤੀ ਹੈ। ਮਤਲਬ ਮੇਰੀ ਉਸ ਕਾਮੇਡੀ ਤੇ ਲੋਕਾਂ ਨੂੰ ਹਾਸਾ ਉਵੇਂ ਆਵੇ ਜਿਵੇਂ ਚਾਰਲੀ ਚੈਪਲਿਨ ਸਾਹਿਬ ਦੀਆਂ ਫਿਲਮਾਂ ਤੇ ਲੋਕ ਹੱਸਦੇ ਸੀ ਜਾਂ ਹੱਸਦੇ ਨੇ। ਮੈਂ ਮੂੰਹ ਬਣਾ ਕੇ ਲੋਕਾਂ ਨੂੰ ਹਸਾਉਣਾ ਨਹੀਂ ਚਾਹੁੰਦਾ। ਮੈਂ ਕਿਸੇ ਸੱਚੀ ਗੱਲ ਹੈ, ਪਾਕਿਸਤਾਨ ਦੇ ਕਿਸੇ ਡਰਾਮੇ ਦੇ ਪੰਚ ਮਾਰ ਕੇ ਲੋਕਾਂ ਨੂੰ ਹਸਾਉਣਾ ਨਹੀਂ ਚਾਹੁੰਦਾ, ਕਿਉਂਕਿ ਉਹ ਡਰਾਮੇ ਬਹੁਤ ਚੱਲ ਗਏ ਨੇ ਸਾਡੀਆਂ ਫਿਲਮਾਂ 'ਚ। ਉਹ ਡਰਾਮੇ ਉੱਥੇ ਅੱਜ ਵੀ ਚੱਲਦੇ ਨੇ, ਅੱਜ ਵੀ ਲੋਕ ਹੱਸਦੇ ਨੇ, ਜਿਉਂਦੇ ਰਹਿਣ ਉੱਥੋਂ ਦੇ ਕਲਾਕਾਰ। ਤੇ ਪਰ ਸਾਡੇ ਹੁਣ ਬਹੁਤ ਚੱਲ ਚੁੱਕੇ। ਮੈਂ ਉੱਦਾਂ ਦੀ ਕਾਮੇਡੀ ਨਹੀਂ ਕਰਨੀ ਚਾਹੁੰਦਾ। ਕੋਈ ਅੱਛੀ ਕਾਮੇਡੀ ਮੇਰੇ ਰੂਹੋਂ ਜਿਹੜੀ ਮੈਨੂੰ ਚੰਗੀ ਲੱਗੇ ਉਹ ਕਰਨੀ ਚਾਹੁੰਦਾ। ਆਹ ਮੇਰੇ ਕਿਰਦਾਰ ਦੋ ਬਾਕੀ ਨੇ, ਬਾਕੀ ਜਿਵੇਂ ਜਿਵੇਂ ਲੋਕ ਚਾਹਣਗੇ ਉਵੇਂ ਉਵੇਂ ਮੈਂ ਕਰਦਾ ਰਹਾਂ। ਬਿਲਕੁਲ, ਮਾਲਕ ਨੇ ਚਾਹਾ ਤਾਂ ਤੁਸੀਂ ਬਹੁਤ ਜਲਦੀ ਆਪਣੇ ਦੋਨੋਂ ਕਿਰਦਾਰ ਜ਼ਰੂਰ ਨਿਭਾਓਗੇ। ਤੇ ਹੌਬੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਪੰਜਾਬੀ ਸੱਥ ਮੈਲਬੌਰਨ ਵਰਲਡ ਪੰਜਾਬੀ ਟਾਈਮਸ ਕੈਨੇਡਾ ਵੱਲੋਂ ਕਿ ਤੁਸੀਂ ਆਏ ਤੇ ਸਾਡੇ ਰੂਬਰੂ ਹੋਏ। ਸਾਨੂੰ ਬਹੁਤ ਵਧੀਆ ਲੱਗਾ। ਅਰਦਾਸ ਕਰਦੇ ਹਾਂ ਤੁਸੀਂ ਤੰਦਰੁਸਤ ਰਹੋ, ਖੁਸ਼ ਰਹੋ, ਆਬਾਦ ਰਹੋ, ਪੰਜਾਬੀਅਤ ਦਾ ਮਾਣ ਵਧਾਉਂਦੇ ਰਹੋ, ਪੰਜਾਬੀ ਦਾ ਪ੍ਰਸਾਰ ਤੇ ਪ੍ਰਚਾਰ ਕਰਦੇ ਰਹੋ, ਜ਼ਮੀਂਦਾਰੀ ਤੇ ਜ਼ਮੀਨ ਨਾਲ ਜੁੜੇ ਰਹੋ, ਗਾਇਕੀ ਤੇ ਅਦਾਕਾਰੀ ਵਿੱਚ ਛਾਂਦੇ ਰਹੋ, ਆਪਣੀ ਹਰ ਮੰਜ਼ਿਲ ਤੇ ਮਨ ਚਾਹਿਆ ਕਿਰਦਾਰ ਨਿਭਾਉਂਦੇ ਰਹੋ। ਸੱਚੇ ਰੱਬ ਤੋਂ ਇਹ ਦੁਆ ਹੈ ਸਾਡੀ, ਸੱਚੇ ਰੱਬ ਤੋਂ ਇਹ ਦੁਆ ਹੈ ਸਾਡੀ, ਇਹ ਰੋਬ, ਇਹ ਰੁਤਬਾ ਤੇ ਇਹ ਪੰਜਾਬੀਅਤ ਕਾਇਮ ਰਹੇ ਤੁਹਾਡੀ। ਇਹ ਰੋਬ, ਇਹ ਰੁਤਬਾ ਤੇ ਇਹ ਪੰਜਾਬੀਅਤ ਕਾਇਮ ਰਹੇ ਤੁਹਾਡੀ। ਮਿਹਰਬਾਨੀ, ਮਿਹਰਬਾਨੀ। ਜਿਉਂਦੇ ਰਹੋ। ਜਿੱਥੇ ਜਿੱਥੇ ਬੈਠੇ ਹੋ ਪੰਜਾਬੀਓ, ਆਪਦੀਆਂ ਜੜ੍ਹਾਂ ਨਾਲ ਜੁੜੇ ਰਹੋ, ਆਪਦੇ ਕਿਰਦਾਰਾਂ ਨੂੰ ਹੋਰ ਸੰਵਾਰਿਓ, ਖੂਬ ਤਰੱਕੀਆਂ ਕਰੋ। ਜਿਹੜੇ ਸੁਪਨੇ ਲੈ ਕੇ ਤੁਸੀਂ ਆਪਦੀ ਧਰਤੀ ਮਾਂ ਤੋਂ ਦੂਰ ਹੋਏ ਹੋ, ਰੱਬ ਤੁਹਾਡੇ ਸਾਰੇ ਸੁਪਨੇ ਸਾਕਾਰ ਕਰੇ ਤੇ ਤੁਹਾਨੂੰ ਹਿੰਮਤ ਬਖਸ਼ੇ, ਸੋਚ ਬਖਸ਼ੇ, ਸਿਹਤ ਬਖਸ਼ੇ। ਰੱਬ ਤੁਹਾਨੂੰ ਸਿਹਤ ਬਖਸ਼ੇ ਕਿ ਤੁਸੀਂ ਫਿਰ ਆਪਦੀਆਂ ਜੜ੍ਹਾਂ ਵੱਲ ਨੂੰ ਆ ਕੇ ਇੱਥੋਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰੋ, ਪੰਜਾਬ ਦੇ ਰੰਗ ਹੋਰ ਗੂੜੇ ਕਰੋ। ਆਪਦੇ ਪਰਿਵਾਰਾਂ ਨਾਲ ਜਿੱਥੇ ਵੀ ਰਹਿ ਰਹੇ ਹੋ, ਪੈਂਡੈਮਿਕ ਚੱਲ ਰਿਹਾ ਹੈ, ਮਹਾਮਾਰੀ ਚੱਲ ਰਹੀ ਹੈ, ਆਪਦਾ ਬਚਾਅ ਰੱਖਿਓ, ਆਪਦੀ ਸਿਹਤ ਦਾ ਖਲਵਾੜ ਨਾ ਕਰਿਓ, ਆਪਦੇ ਆਪ ਨੂੰ ਸੰਭਾਲ ਕੇ ਰੱਖਿਓ, ਆਪਦੇ ਪਰਿਵਾਰ ਦੇ ਪਿਆਰਿਆਂ ਨਾਲ, ਆਪਦਿਆਂ ਨਾਲ ਜ਼ਰੂਰ ਗੱਲਾਂ ਬਾਤਾਂ ਕਰਦਾ ਰਹੋ। ਰੱਬ ਰੱਖਾ। ਧੰਨਵਾਦ ਜੀ।